सुन अंधा कैसे मार्ग पावे। सुन अंधा नहीं पढ़ना, सुन ते थोड़ा रुक जाना है। सुन अंधा कैसे मार्ग पावे। सुन का मतलब सुन के। जेड़ा अन्ना मनुख है जिसदियां अखां नहीं हैं, केवल सुन के वो किवें रास्ता लभ लवे। सुन के जे उन्होंने असीं दसीए कि इत्थों सीधे चले जाना, अगे एक रुख आएगा, अंब का पेड़, अंब के पेड़ तो सज्जे पासे मुड़ोगे ते अगे एक टाली आएगी, तो उन्होंने समझ नहीं ना आनी, क्योंकि अंब का पेड़ टाली उसनूं दिसना नहीं। इसलिए निरा सुन के जेड़ा अखां करके अंधा बंदा है वो रास्ता नहीं पा सकता। पर गुरु जी कहते ने कर गह लेव ओढ़ निभावे। जे ओदा हाथ फड़ लिया जाए, ओढ़ का मतलब अखीर तक, तां फिर वो बंदा अपने टिकाने पे पहुंच जाएगा। अखीर तक वो अपने टिकाने पे पहुंच जाएगा। इसी तरह जे असीं केवल गुरबाणी दियां हुक्म दियां गल्लां करी जाइए, सुनी जाइए, लेकिन गुरु दे पल्ले नूं फड़ के तुरीए ना, उन्हां गल्लां ते अमल ना करिए, तां असीं अपने मार्ग ते पहुंच नहीं पावांगे। यानी जो असीं सुन रहे हैं, जो असीं पढ़ रहे हैं, ਉਹਦੇ ਤੇ ਅਮਲ ਕਰਨਾ ਪਵੇਗਾ। ਉਹਦੇ ਤੇ ਅਮਲ ਕਰਨਾ ਪਵੇਗਾ ਤਾਂ ਅਸੀਂ ਉਸ ਟਿਕਾਣੇ ਤੇ ਪਹੁੰਚ ਪਾਵਾਂਗੇ। ਜਿਵੇਂ ਗੁਰੂ ਜੀ ਨੇ ਸਾਨੂੰ ਬੜੇ ਪਿਆਰ ਦੇ ਨਾਲ ਸਮਝਾਇਆ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਤੇ ਜੇ ਅਸੀਂ ਕੇਵਲ ਸੁਣਦੇ ਹਾਂ, ਅਮਲ ਨਹੀਂ ਕਰਦੇ, ਤਾਂ ਗੁਰਦੇਵ ਦਾ ਪਾਵਨ ਬਚਨ ਹੈ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਤਾਂ ਗੁਰਦੇਵ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਕਿ ਜਿਵੇਂ ਕੋਈ ਅੰਧਾ ਆਦਮੀ ਕੇਵਲ ਸੁਣ ਕੇ ਹੀ ਆਪਣੇ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ, ਜੇ ਉਹਦਾ ਹੱਥ ਫੜ ਲਿਆ ਜਾਏ ਔਰ ਉਹਨੂੰ ਮੰਜ਼ਿਲ ਤੇ ਪਹੁੰਚਾਇਆ ਜਾ ਸਕਦਾ ਹੈ, ਉਹ ਪਹੁੰਚ ਸਕਦਾ ਹੈ। ਇਸੇ ਤਰ੍ਹਾਂ ਅਸੀਂ ਵੀ ਕੇਵਲ ਸੱਚ ਦੀਆਂ, ਧਰਮ ਦੀਆਂ ਗੱਲਾਂ ਸੁਣ ਕੇ ਹੀ ਉਸ ਮੰਜ਼ਿਲ ਨੂੰ ਹਾਸਲ ਨਹੀਂ ਕਰ ਸਕਦੇ, ਜਦੋਂ ਤੱਕ ਅਸੀਂ ਉਹਨਾਂ ਪਾਵਨ ਬਚਨਾਂ ਦੇ ਉੱਤੇ ਅਮਲ ਨਾ ਕਰੀਏ। ਇਸ ਲਈ ਸਾਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਇਹਨਾਂ ਚੀਜ਼ਾਂ ਤੇ ਅਮਲ ਕਰਨਾ ਚਾਹੀਦਾ। ਕਹਾ ਬੁਝਾਰਤ ਬੂਝੈ ਡੋਰਾ। ਇਹਨੂੰ ਕਹਾ ਨਹੀਂ ਪੜਨਾ, ਕਹਾ। ਕਹਾ ਸ਼ਬਦ ਦੇ ਦੋ ਮੀਨਿੰਗ ਨੇ। ਇੱਕ ਤੇ ਕਹਾ ਦਾ ਮਤਲਬ ਹੁੰਦਾ ਹੈ ਕੀ, ਤੇ ਇੱਕ ਕਹਾ ਸ਼ਬਦ ਵਰਤਿਆ ਹੁੰਦਾ ਹੈ ਕਿੱਥੇ ਵਾਸਤੇ। ਜਦੋਂ ਇਸ ਕਹਾ ਦਾ ਅਰਥ ਹੋਏਗਾ ਨਾ ਕਿੱਥੇ, ਉਦੋਂ ਇਹਨੂੰ ਪੜਾਂਗੇ ਕਹਾਂ। ਕਹਾਂ ਦਾ ਮਤਲਬ ਕਿੱਥੇ, ਤੇ ਕਹਾ ਦਾ ਮਤਲਬ ਕਹਿਣਾ ਵੀ ਹੁੰਦਾ ਹੈ, ਲੇਕਿਨ ਕਹਾ ਦਾ ਮਤਲਬ ਕੀ ਵੀ ਹੁੰਦਾ ਹੈ। ਤਾਂ ਕਹਾ ਬੁਝਾਰਤ ਬੂਝੈ ਡੋਰਾ। ਡੋਰਾ ਦਾ ਮਤਲਬ ਬੋਲਾ ਮਨੁੱਖ। ਇਹਨੂੰ ਡੋਰਾ ਨਹੀਂ ਪੜਨਾ। ਕਈ ਵਾਰ ਕਈ ਵੀਰ ਭੈਣਾਂ ਡੋਰਾ ਪੜ ਜਾਂਦੇ ਨੇ। ਡੋਰਾ ਦਾ ਮਤਲਬ ਹੁੰਦਾ ਹੈ ਕਮਲਾ, ਤੇ ਡੋਰਾ ਦਾ ਮਤਲਬ ਹੁੰਦਾ ਹੈ ਬੋਲਾ। ਜੇ ਬੋਲੇ ਬੰਦੇ ਨੂੰ ਸੈਨਤ ਨਿਰੀ ਕਰੀਏ ਤਾਂ ਉਹ ਨਿਰੀ ਸੈਨਤ ਦੇ ਨਾਲ ਸਮਝੇਗਾ ਨਹੀਂ। ਨਿਸ ਕਹੀ ਹੈ ਤਾਂ ਸਮਝ ਹੈ ਭੋਰਾ। ਇਹਨੂੰ ਭੌਰਾ ਨਹੀਂ ਪੜਨਾ। ਭੌਰਾ ਜਿਹੜਾ ਹੈ ਇੱਕ ਫੁੱਲਾਂ ਦੇ ਉੱਤੇ ਵਿਚਰਨ ਵਾਲਾ ਜਾਨਵਰ ਹੁੰਦਾ ਹੈ, ਲੇਕਿਨ ਭੋਰਾ ਕਹਿੰਦੇ ਨੇ ਸਵੇਰ ਨੂੰ। ਨਿਸ ਦਾ ਮਤਲਬ ਰਾਤ। ਜੇ ਸੈਨਤ ਦੇ ਨਾਲ ਆਖੀਏ ਕਿ ਇਹ ਰਾਤ ਹੈ, ਤਾਂ ਬੋਲਾ ਬੰਦਾ ਉਹਨੂੰ ਦਿਨ ਸਮਝ ਲਵੇਗਾ, ਕਿਉਂਕਿ ਉਹਨੂੰ ਪੂਰਾ ਸੁਣਾਈ ਨਹੀਂ ਨਾ ਦੇ ਰਿਹਾ। ਤਾਂ ਨਿਰੀ ਸੈਨਤ ਦੇ ਨਾਲ ਬੋਲਾ ਬੰਦਾ ਸਮਝ ਨਹੀਂ ਪਾਏਗਾ। ਉਹਨੂੰ ਬਹੁਤ ਉੱਚੀ ਸੁਣਾਉਣਾ ਪਵੇਗਾ, ਜਦੋਂ ਤੱਕ ਉਹਨੂੰ ਉਹ ਚੀਜ਼ ਸੁਣਾਈ ਨਾ ਦੇਵੇ। ਤਾਂ ਇਸੇ ਤਰ੍ਹਾਂ ਨਿਰੇ ਇਸ਼ਾਰਿਆਂ ਦੇ ਨਾਲ ਜਾਂ ਕੇਵਲ ਗੱਲਾਂ ਕਰਨ ਦੇ ਨਾਲ ਅਸੀਂ ਰੱਬੀ ਰਾਹ ਤੇ ਨਹੀਂ ਚੱਲ ਸਕਦੇ, ਭਾਵ ਉਸ ਮੰਜ਼ਿਲ ਨੂੰ ਹਾਸਲ ਨਹੀਂ ਕਰ ਸਕਦੇ, ਜਦੋਂ ਤੱਕ ਕਿ ਉਹ ਪਾਵਨ ਬਾਣੀ ਦੀ ਵਿਚਾਰ ਸਾਡੇ ਅੰਦਰ, ਸਾਡੀ ਮੈਂਟੈਲਿਟੀ, ਮਾਨਸਿਕਤਾ, ਸੋਚ ਦੇ ਅੰਦਰ ਨਾ ਜਾਏ। ਕਹਾ ਬਿਸਨ ਪਦ ਗਾਵੇ ਗੁੰਗ।
ਵਿਸ਼ਨ ਪਦ ਦਾ ਮਤਲਬ ਹੁੰਦਾ ਹੈ ਵਿਸ਼ਨ ਪਦੇ ਯਾਨੀ ਗੀਤ। ਗੂੰਗਾ ਆਦਮੀ ਗੀਤ ਕਿਵੇਂ ਗਾ ਸਕਦਾ ਹੈ? ਜੇ ਗੂੰਗਾ ਆਦਮੀ ਕੋਈ ਗੀਤ ਗਾਣਾ ਚਾਹੇ, ਵਿਸ਼ਨ ਪਦੇ ਗਾਣਾ ਚਾਹੇ, ਤਾਂ ਗੂੰਗਾ ਆਦਮੀ ਗਾ ਨਹੀਂ ਸਕੇਗਾ। ਯਤਨ ਕਰੇ ਤੋ ਪੀ ਸੁਰ ਭੰਗ। ਯਤਨ ਜੇ ਕਰੇ ਵੀ ਤਾਂ ਭੰਗ ਦਾ ਮਤਲਬ ਟੁੱਟਣਾ, ਤਾਂ ਵੀ ਉਹਦੀ ਸੁਰ ਟੁੱਟ ਜਾਏਗੀ, ਆਵਾਜ਼ ਗਲੇ ਵਿੱਚ ਰਹਿ ਜਾਏਗੀ, ਕਿਉਂਕਿ ਗੂੰਗਾ ਹੈ, ਬੋਲ ਨਹੀਂ ਸਕਦਾ। ਤਾਂ ਜਿਹੜਾ ਬੋਲ ਨਹੀਂ ਸਕਦਾ ਉਹ ਕਿਵੇਂ ਗਾ ਸਕੇਗਾ? ਉਹਦੀ ਸੁਰ ਟੁੱਟੇਗੀ, ਉਹ ਗਾ ਨਹੀਂ ਪਾਏਗਾ। ਯਤਨ ਕਰਨ ਦੇ ਨਾਲ ਵੀ ਉਹਦੀ ਸੁਰ ਟੁੱਟੀ ਰਹਿੰਦੀ ਹੈ। ਕਹਿ ਪਿੰਗੁਲ ਪਰਬਤ ਪਰ ਭਵਨ, ਇਹਦੇ ਦੋ ਅਰਥ ਕੀਤੇ ਨੇ ਵਿਦਵਾਨਾਂ ਨੇ। ਵੀ ਜੇ ਕਿਹਾ ਜਾਏ ਕਿ ਪਿੰਗਲਾ ਜਿਹੜਾ ਬੰਦਾ ਹੈ ਕਿ ਉਹ ਪਰਬਤ ਦੇ ਉੱਤੇ ਭਵਨ ਕਰੇ, ਫਿਰੇ, ਚੱਕਰ ਕੱਟੇ, ਤਾਂ ਉਹ ਚੱਕਰ ਨਹੀਂ ਕੱਟ ਸਕਦਾ। ਦੂਜਾ ਅਰਥ ਕੀਤਾ ਹੈ ਪਰਭਵਨ। ਪ੍ਰਭਵਨ ਦਾ ਮਤਲਬ ਹੁੰਦਾ ਹੈ ਪਾਉਣਾ, ਇਕੱਠਾ ਸ਼ਬਦ ਹੈ। ਕਹਿ ਪਿੰਗੁਲ ਪਰਬਤ ਪਰਭਵਨ, ਪਰਭਵਨ ਦਾ ਮਤਲਬ ਪਾਉਣਾ। ਲੂਲਾ ਬੰਦਾ, ਪਿੰਗਲਾ ਬੰਦਾ ਕਿਵੇਂ ਪਰਬਤਾਂ ਉੱਤੇ ਪਹੁੰਚ ਸਕਦਾ ਹੈ? ਕਿਉਂਕਿ ਪੋਲੀਓ ਹੋਇਆ ਹੈ, ਦੋਵੇਂ ਪੈਰ ਉਹਦੇ ਕੰਮ ਹੀ ਨਹੀਂ ਕਰਦੇ, ਆਮ ਥਾਵਾਂ ਤੇ ਤੁਰਨਾ ਉਹਦੇ ਵਾਸਤੇ ਔਖਾ ਹੈ, ਤਾਂ ਪਰਬਤ ਦੇ ਉੱਤੇ ਪਾਉਣਾ ਉਹਦੇ ਵਾਸਤੇ ਬਹੁਤ ਔਖਾ ਹੋਏਗਾ, ਚੜ ਨਹੀਂ ਪਾਏਗਾ। ਨਹੀਂ ਹੋ ਤੂਹਾਂ ਉਸ ਗਵਨ, ਉਹਦੀ ਉੱਥੋਂ ਤੱਕ ਪਹੁੰਚ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ, ਕਿ ਹੇ ਕਰਤਾਰ, ਮੈਂ ਦੀਨ ਤੇਰੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ। ਕਰੁਣਾ ਮੈਂ ਨਹੀਂ ਪੜਨਾ, ਇਹਨੂੰ ਬਿੰਦੀ ਤੋਂ ਬਿਨਾ ਪੜਨਾ। ਮੈਂ ਕਰੁਣਾ, ਮੈਂ ਦਾ ਮਤਲਬ ਮਈ, ਕਰੁਣਾ ਮੈਂ ਦਾ ਮਤਲਬ ਤਰਸਵਾਨ, ਦਇਆ ਕਰਨ ਵਾਲਾ। ਕਿ ਹੇ ਕਰਤਾਰ, ਹੇ ਦਇਆ ਦੇ ਸਾਗਰ, ਨਿਮਾਣਾ ਦਾਸ ਤੇਰੇ ਅੱਗੇ ਬੇਨਤੀ ਕਰਦਾ ਹੈ। ਨਾਨਕ ਤੁਮਰੀ ਕਿਰਪਾ ਤਰੈ, ਕਿ ਤੇਰੀ ਕਿਰਪਾ ਦੇ ਨਾਲ ਹੀ ਮੈਂ ਤਰ ਸਕਦਾ ਹਾਂ। ਤੇਰੀ ਰਹਿਮਤ ਦੇ ਨਾਲ, ਤੇਰੀ ਬਖਸ਼ਿਸ਼ ਨਾਲ ਮੈਂ ਤਰ ਸਕਦਾ, ਮੇਰਾ ਪਾਰ ਉਤਾਰਾ ਹੋ ਸਕਦਾ ਹੈ। ਹੁਣ ਦੇਖੋ, ਜਿਵੇਂ ਇੱਥੇ 3-4 ਚੀਜ਼ਾਂ ਸਾਨੂੰ ਸਮਝਾਈਆਂ ਨੇ ਕਿ ਅੰਨਾ ਬੰਦਾ ਰਾਸਤਾ ਸੁਣ ਕੇ ਨਹੀਂ ਲੱਭ ਸਕਦਾ, ਪਰ ਜੇ ਉਹਦਾ ਪੱਲਾ ਫੜ ਲਿਆ ਜਾਏ, ਉਹ ਕਿਸੇ ਦਾ ਹੱਥ ਫੜੇ, ਤਾਂ ਉਹ ਟਿਕਾਣੇ ਤੇ ਪਹੁੰਚ ਸਕਦਾ ਹੈ। ਹੁਣ ਇੱਕ ਤਾਂ ਉਹ ਅੰਨਾ ਹੈ ਜਿਸ ਦੀਆਂ ਅੱਖਾਂ ਨਹੀਂ ਹਨ, ਪਰ ਇੱਕ ਉਹ ਅੰਨਾ ਹੈ ਅਸਲੀ ਜਿਹਦੀਆਂ ਅੱਖਾਂ ਤੇ ਹੈ ਨੇ, ਪਰ ਉਹ ਜੀਵਨ ਮਾਰਗ ਤੋਂ ਜਾਣ ਬੁੱਝ ਕੇ ਖੁੰਝਿਆ ਹੋਇਆ ਹੈ। ਅੰਧੇ ਇਹ ਨਾ ਆਖੀਏ, ਅੰਧੇ ਉਹਨਾਂ ਨੂੰ ਨਹੀਂ ਆਖਿਆ ਜਾਂਦਾ ਜਿਨ ਮੁਖ ਲੋਇਣ ਨਾਹੇ, ਅੰਧੇ ਸੇ ਨਾਨਕਾ ਜੇ ਖਸਮੁ ਕੁੱਥੇ ਜਾਹੇ। ਅਸਲੀ ਅੰਨੇ ਉਹ ਨੇ ਅਗਿਆਨ ਕਰਕੇ, ਜੋ ਸੱਚ ਦੇ ਰਾਹ ਤੋਂ ਖੁੰਝੇ ਹੋਏ ਨੇ। ਤਾਂ ਇਸ ਲਈ ਜਿਹੜੇ ਅਗਿਆਨ ਕਰਕੇ ਅੰਧੇ ਨੇ, ਜੇ ਉਹ ਰੱਬ ਦੀ ਰਹਿਮਤ ਦੇ ਬਖਸ਼ਿਸ਼ ਦੇ ਪਾਤਰ ਬਣਨ, ਰੱਬੀ ਸ਼ਰਨ ਵਿੱਚ ਆਉਣ, ਤਾਂ ਉਹਨਾਂ ਨੂੰ ਵੀ ਉਹ ਗਿਆਤ ਮਿਲ ਸਕਦੀ ਹੈ, ਉਹਨਾਂ ਨੂੰ ਵੀ ਉਹ ਨਜ਼ਰੀਆ ਮਿਲ ਸਕਦਾ ਹੈ, ਉਹ ਵੇਖ ਸਕਦੇ ਨੇ। ਜਿਵੇਂ ਇੱਕ ਬੋਲਾ ਬੰਦਾ ਕਿਸੇ ਬੁਝਾਰਤ ਨੂੰ ਨਹੀਂ ਬੁੱਝ ਸਕਦਾ, ਉਹਨੂੰ ਰਾਤ ਕਹੋਗੇ ਦਿਨ ਸਮਝੇਗਾ, ਤਾਂ ਇੱਕ ਤਾਂ ਹੈ ਕੰਨਾਂ ਕਰਕੇ ਜੋ ਬੋਲਾ ਹੈ, ਪਰ ਦੂਜਾ ਬੰਦਾ ਉਹ ਹੈ ਜਿਹਦੇ ਕੰਨ ਤੇ ਕੰਮ ਕਰਦੇ ਨੇ, ਪਰ ਉਹ ਸੱਚ ਦੀ ਗੱਲ ਨੂੰ ਸੁਣਨਾ ਨਹੀਂ ਚਾਹੁੰਦਾ, ਉਹ ਵੀ ਬੋਲਾ ਹੀ ਹੈ ਨਾ। ਹੁਣ ਗੁਰੂ ਜੀ ਸਾਨੂੰ ਰੋਜ਼ ਕਹਿਣ ਬੋਲੀਏ ਸੱਚ ਧਰਮ, ਪਰ ਅਸੀਂ ਇਸ ਗੱਲ ਵੱਲ ਕੰਨ ਹੀ ਨਾ ਧਰੀਏ। ਗੁਰੂ ਜੀ ਸਾਨੂੰ ਰੋਜ਼ ਕਹਿਣ ਕਿ ਝੂਠਾ ਮਦ ਮੂਲ ਨਾ ਪੀਛੇ, ਜੇ ਕਾ ਪਾਰ ਵਸਾਏ, ਪਰ ਅਸੀਂ ਇਹਨੂੰ ਸੁਣੀਏ ਹੀ ਨਾ। ਸੱਚ ਦੀ ਗੱਲ ਹੀ ਬੰਦਾ ਨਾ ਸੁਣਨਾ ਚਾਹੇ, ਤਾਂ ਅਸਲੀ ਬੋਲਾ ਉਹ ਹੀ ਹੋਇਆ ਨਾ। ਤਾਂ ਗੁਰੂ ਜੀ ਕਹਿੰਦੇ ਨੇ ਕਿ ਹੇ ਪ੍ਰਭੂ, ਮੈਂ ਤੇਰੀ ਸਿਫਤ ਸਲਾਹ ਸੁਣਨ ਵੱਲੋਂ ਬੋਲਾ ਹਾਂ, ਮੇਰੇ ਤੇ ਰਹਿਮਤ ਕਰ, ਮੈਂ ਵੀ ਇਹਨਾਂ ਰਾਹਾਂ ਤੇ ਤੁਰ ਸਕਾਂ। ਕਹਾ ਬਿਸਨ ਪਦ ਗਾਵੇ ਗੂੰਗ। ਹੁਣ ਜਿਹੜਾ ਗੂੰਗਾ ਬੰਦਾ ਹੈ, ਉਹ ਗਾ ਨਹੀਂ ਪਾਏਗਾ, ਉਹਦੀ ਸੁਰ ਭੰਗ ਹੋਏਗੀ। ਹੁਣ ਇੱਕ ਗੂੰਗਾ ਤਾਂ ਉਹ ਹੈ ਜਿਹੜਾ ਵਿਚਾਰਾ ਕੁਦਰਤੀ ਤੌਰ ਤੇ ਨਹੀਂ ਬੋਲ ਪਾਉਂਦਾ। ਗੂੰਗੇ ਦੀ ਨਿਸ਼ਾਨੀ ਇਹੀ ਹੈ ਨਾ ਕਿ ਉਹ ਬੋਲ ਨਹੀਂ ਪਾਉਂਦਾ। ਤੇ ਜੇ ਅਸੀਂ ਸੱਚ ਨਹੀਂ ਬੋਲਦੇ,
दया वाले बोल नहीं बोलते, तो असली गूंगे असी नहीं होए ना। तो गुरु जी कहते ने, हे मालिक जी, मैं भी उस गूंगे की तरह गूंगा ही हाँ, क्योंकि मैं सच की धर्म की गल नहीं कर रहा। कह पिंगुल पर्वत पर भवन, हुण जिहड़ा पिंगला बंदा है वो पर्वत ते नहीं चढ़ पांदा, उच्ची चढ़ाई नहीं चढ़ पांदा। एक तो वो पिंगला है जिहदियां लत्त पैर नहीं है, ਉਹਦੀ मजबूरी है, पर एक वो बंदा है कि जिसका सारा शरीर चंगा भला काम करता है, लेकिन सुरत करके पिंगला है। सुरत करके पिंगला है, ਉਹਦੇ अंदर विल पावर नहीं है, वो सच वाले पासे जाना ही नहीं चाहता, ठेकियां वाल चला जाएगा लेकिन गुरुद्वारा साहब वाल नहीं जाना चाहता, पिंगला ही होया ना। तो गुरु पातशाह जी कहते ने कि हे करतार, मैं तेरे चरणों में बेनती करदा कि तू कृपा कर, मैनू बल बख्श। यानी गुरु तो सानू ज्ञान मिले, असी रब्बी गुणा का सहारा लवीए, रब्बी रजा के अंदर तुरीए, तो फिर साडा पार उतारा हो सकता है। रब्बी रजा के नाल असी जे चलते हाँ तो असी अपने मंजिल नू हासिल कर सकते हैं। संग सहाई सो आवे ना चीत। हुण गुरु जी कहते ने इस मनुख की भुल की है। संग सहाई जो हर वेले नाल है, संगी है, साथी है, सो आवे ना चीत, वो इनू चेते नहीं आउंदा, वो इहदे चित्त विच ही नहीं है, इहदी सुरत विच ही नहीं। जो इस मनुख का संगी साथी है असली, तो असल साथी साडा रब है, पर वो रब सानू चेते नहीं। देवियां देवते चेते ने, वर्त नराते चेते ने, तीर्थ वगैरह ये सारे चेते ने, पर रब चेते नहीं। साडा असली साथी कौन है? सच है, दया है, धर्म, धीरज है। इन्हां शुभ गुणां ने साडे आत्मिक जीवन दे साथी बनना, ते ये गुण साडे चित्त विच नहीं है। इन्हां गुणां दे नाल असीं संबंध नहीं बनाया होया। ਜਿਹੜੇ गुण संगी ने, साथी ने, सहायक ने आत्मिक जीवन विच साथ देना है, ਉਹ ਰੱਬ ਦੇ ਗੁਣ, ਰੱਬ ਦਾ ਹੁਕਮ ਬੰਦੇ ਨੂੰ ਚੇਤੇ ਨਹੀਂ। ਜੋ ਬੈਰਾਈ ਤਾਸਿਉ ਪ੍ਰੀਤ। ਭੁੱਲ ਇਹ ਹੈ ਕਿ ਜਿਹੜੇ ਵੈਰੀ ਨੇ ਉਹਨਾਂ ਦੇ ਨਾਲ ਇਹਨੇ ਪ੍ਰੀਤ ਪਾਈ ਹੋਈ ਹੈ। ਵੈਰੀ ਕੌਣ ਨੇ? ਈਰਖਾ, ਪਾਪ, ਅਪਰਾਧ, ਝੂਠ, ਫਰੇਬ, ਇਹ ਬੰਦੇ ਦੇ ਵੈਰੀ ਨੇ। ਇਹਨਾਂ ਦੇ ਨਾਲ ਬੰਦੇ ਨੇ ਪ੍ਰੀਤ ਪਾਈ ਹੋਈ ਹੈ। ਛੋਟੀ ਜੀ ਗੱਲ ਕਹੋ, ਨਾਲ ਦੇ ਨਾਲ ਹੀ ਭੜਕ ਪੈਂਦਾ ਹੈ। ਇਹਦੇ ਅੰਦਰ ਸਹਿਨਸ਼ੀਲਤਾ ਨਹੀਂ, ਵਿਸ਼ਵਾਸ ਦਾ ਪਾਤਰ ਨਹੀਂ ਰਿਹਾ, ਇਨਸਾਨੀਅਤ ਨਹੀਂ ਰਹੀ। ਯਾਨੀ ਜੋ ਮਾੜੇ ਕਰਮ ਨੇ ਉਹਨਾਂ ਦੇ ਨਾਲ ਇਹਦੀ ਪ੍ਰੀਤ ਬਣੀ ਹੋਈ ਹੈ। ਤਾਂ ਇਹ ਬੰਦੇ ਦੀ ਭੁੱਲ ਹੈ ਨਾ। ਤਾਂ ਇਹ ਐਸਾ ਇਨਸਾਨ ਜਿਨੇ ਸ਼ੁਭ ਗੁਣਾਂ ਨੂੰ ਭੁਲਾ ਦਿੱਤਾ ਹੈ ਤੇ ਵੈਰੀਆਂ ਦੇ ਨਾਲ, ਮਾੜੇ ਗੁਣਾਂ ਦੇ ਨਾਲ ਜਿਨੇ ਪ੍ਰੀਤ ਬਣਾ ਲਈ ਹੈ, ਉਹਦੀ ਜ਼ਿੰਦਗੀ ਕਿਵੇਂ ਸ਼ਾਂਤ ਹੋ ਸਕਦੀ ਹੈ? ਬਲਵਾ ਕੇ ਗ੍ਰਹਿ ਭੀਤਰ ਬਸੈ, ਰੇਤ ਦੇ ਘਰ ਵਿੱਚ ਵਸਦਾ ਹੈ। ਰੇਤ ਦੇ ਘਰ ਦੇ ਅੰਦਰ ਵਸ ਰਿਹਾ ਹੈ। ਆਨੰਦ ਕੇਲ ਮਾਇਆ ਰੰਗ ਰਸੈ। ਰੰਗ ਦਾ ਮਤਲਬ ਰੰਗ ਵਿੱਚ, ਕੇਲ ਦਾ ਮਤਲਬ ਚੋਜ ਖੇਡਾਂ। ਫਿਰ ਵੀ ਮਾਇਆ ਦੀ ਮਸਤੀ ਵਿੱਚ ਆਨੰਦ ਤੇ ਮੌਜਾਂ ਮਾਣ ਰਿਹਾ ਹੈ। ਹੁਣ ਬਲਵਾ ਕੀ ਗ੍ਰਹਿ ਭੀਤਰ ਬਸੇ, ਬਲਵਾ ਦਾ ਮਤਲਬ ਹੁੰਦਾ ਰੇਤ। ਰੇਤ ਦੇ ਘਰ ਵਿੱਚ ਵਸਣਾ। ਹੁਣ ਰੇਤ ਜਿਹੜੀ ਹੈ ਨਾ, ਹੌਲੇ ਹੌਲੇ ਕਿਰਦੀ ਰਹਿੰਦੀ ਹੈ। ਰੇਤ ਦੀ ਦੀਵਾਰ ਪਹਿਲੀ ਗੱਲ ਤੇ ਖੜੀ ਨਹੀਂ ਹੋਈਗੀ, ਤੇ ਜੇ ਕੋਈ ਯਤਨ ਕਰਕੇ ਬਣਾ ਵੀ ਲਵੇ, ਬਾਰੂ ਪੀਤ ਬਣਾਈ ਰਾਜਪਚ, ਰਹਿਤ ਨਹੀਂ ਦਿਨ ਚਾਰ, ਉਹਨੇ ਕਿਰ ਜਾਣਾ। ਹੁਣ ਅਸੀਂ ਰੇਤ ਦੇ ਘਰ ਵਿੱਚ ਕਿਵੇਂ ਵਸ ਰਹੇ ਹਾਂ? ਸਾਡੀ ਉਮਰ ਰੇਤ ਦੇ ਕਿਣਕਿਆਂ ਦੀ ਤਰ੍ਹਾਂ ਕਿਰ ਰਹੀ ਹੈ ਨਾ, ਰੋਜ਼ ਪਲ ਪਲ ਕਰਕੇ, ਮਿੰਟ ਮਿੰਟ ਕਰਕੇ, ਦਿਨ ਦਿਨ ਕਰਕੇ, ਹਫ਼ਤੇ ਕਰਕੇ, ਹੌਲੇ ਹੌਲੇ ਉਮਰ ਘਟਦੀ ਜਾ ਰਹੀ ਹੈ। ਇਸੇ ਨੂੰ ਕਹਿੰਦੇ ਨੇ ਰੇਤ ਦੇ ਘਰ ਵਿੱਚ ਵਸਣਾ। ਜਿਵੇਂ ਦਾਣਾ ਦਾਣਾ ਕਰਕੇ ਰੇਤ ਡਿੱਗਦੀ ਜਾਂਦੀ ਹੈ ਤੇ ਆਖਿਰ ਉਹ ਰੇਤ ਦੀ ਦੀਵਾਰ ਢਹਿ ਪੈਂਦੀ ਹੈ। ਐਵੇਂ ਦਿਨ ਦਿਨ ਕਰਕੇ, ਪਲ ਪਲ ਕਰਕੇ ਉਮਰ ਬੰਦੇ ਦੀ ਘਟਦੀ ਜਾ ਰਹੀ ਹੈ। ਮੌਤ ਇਹਦੇ ਨਜ਼ਦੀਕ ਆ ਰਹੀ ਹੈ, ਲੇਕਿਨ ਫਿਰ ਵੀ ਇਹ ਬੰਦਾ ਆਨੰਦ ਕੇਲ ਮਾਇਆ ਰੰਗ ਰਸੈ, ਇਹ ਮਾਇਆ ਦੀਆਂ ਖੇਡਾਂ ਦੇ ਵਿੱਚ ਮਸਤ ਹੈ। ਮਾਇਆ ਦਾ ਮਤਲਬ
ਮੈਂਟੈਲਿਟੀ, ਮਾਨਸਿਕਤਾ, ਉਹ ਸੋਚ ਜੋ ਸਾਨੂੰ ਰੱਬ ਨਾਲੋਂ ਤੋੜਦੀ ਹੈ, ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਉਹ ਸੋਚ ਜੋ ਸਾਨੂੰ ਸੈਲਫਿਸ਼ ਬਣਾਉਂਦੀ ਹੈ, ਬੰਦਾ ਫਿਰ ਵੀ ਇਹਨਾਂ ਖੇਡਾਂ ਦੇ ਵਿੱਚ ਹੀ ਹੈ ਕਿ ਜਿਵੇਂ ਇਹਨੇ ਸਦਾ ਇੱਥੇ ਰਹਿਣਾ ਹੋਵੇ। ਤਾਂ ਇਹਦੀ ਭੁੱਲ ਹੈ, ਇਸੇ ਕਰਕੇ ਇਹ ਬੰਦਾ ਦੁਖੀ ਔਰ ਅਸ਼ਾਂਤ ਹੈ। ਦ੍ਰਿੜ ਕਰ ਮਨ ਹੈ, ਮਨ ਹੈ ਪ੍ਰਤੀਤ। ਦ੍ਰਿੜ ਦਾ ਮਤਲਬ ਪੱਕਾ, ਮਨੈ ਦਾ ਮਤਲਬ ਮਨ ਵਿੱਚ, ਪ੍ਰਤੀਤ ਦਾ ਮਤਲਬ ਯਕੀਨ। ਆਪਣੇ ਆਪ ਨੂੰ ਅਮਰ ਸਮਝੀ ਬੈਠਾ ਹੈ। ਦ੍ਰਿੜ ਕਰ ਮਨ ਦਾ ਮਤਲਬ ਅਮਰ ਸਮਝੀ ਬੈਠਾ ਹੈ। ਮਨ ਹੈ ਪ੍ਰਤੀਤ, ਇਹਦੇ ਮਨ ਦੇ ਅੰਦਰ ਇਹ ਪੱਕਾ ਯਕੀਨ ਬਣਿਆ ਹੋਇਆ ਕਿ ਮੈਂ ਨਹੀਂ ਮਰਨਾ। ਗੁਆਂਢੀ ਮਰ ਗਏ ਨੇ, ਮੈਂ ਨਹੀਂ ਮਰਨਾ। ਰਿਸ਼ਤੇਦਾਰਾਂ ਦੀ ਮੌਤ ਹੋ ਗਈ ਹੈ ਪਰ ਮੈਂ ਨਹੀਂ ਮਰਨਾ। ਮਾਂ ਪਿਓ ਮਰ ਗਏ ਨੇ, ਉਹ ਬੁੱਢੇ ਸਨ, ਮੈਂ ਥੋੜਾ ਮਰਨਾ। ਬੰਦੇ ਦੇ ਅੰਦਰ ਵਿਸ਼ਵਾਸ ਨਹੀਂ, ਬੰਦਾ ਪੱਕਾ ਵਿਸ਼ਵਾਸ ਇਹ ਬਣਾਈ ਬੈਠਾ ਹੈ ਕਿ ਸ਼ਾਇਦ ਮੈਂ ਨਹੀਂ ਮਰਨਾ, ਬਾਕੀ ਲੋਕ ਮਰਨਗੇ। ਆਪਣੇ ਆਪ ਨੂੰ ਪੱਕਾ ਸਮਝੀ ਬੈਠਾ। ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਜਿਵੇਂ ਵਿਕਾਰ ਕਮਾਉਣ ਦੇ ਨਾਲ ਦੂਜੇ ਲੋਕਾਂ ਦੀ ਆਤਮਿਕ ਮੌਤ ਹੋ ਗਈ, ਉਹਨਾਂ ਚੋਂ ਇਨਸਾਨੀਅਤ ਮਰ ਗਈ, ਜ਼ਮੀਰ ਮਰ ਗਈ, ਤੇ ਜੇ ਮੈਂ ਇਹ ਯਕੀਨ ਕਰੀ ਰੱਖਾਂ ਕਿ ਇਹ ਮਾੜੇ ਕਰਮ ਕਰਨ ਦੇ ਨਾਲ ਮੇਰੇ ਅੰਦਰੋਂ ਇਨਸਾਨੀਅਤ ਨਾ ਮਰੇਗੀ, ਤਾਂ ਇਹ ਗਲਤ ਵਿਸ਼ਵਾਸ ਹੈ ਨਾ। ਜੇ ਮਾੜੇ ਕਰਮ ਕਰਨ ਦੇ ਨਾਲ ਇੱਕ ਦੇ ਅੰਦਰੋਂ ਇਨਸਾਨੀਅਤ ਮਰੀ ਹੈ, ਆਤਮਿਕ ਮੌਤ ਹੋਈ, ਤੇ ਮੈਂ ਵੀ ਮਰ ਜਾਵਾਂਗਾ ਉਹਨਾਂ ਕੰਮਾਂ ਦੇ ਨਾਲ। ਕਾਲ ਨਾ ਆਵੇ ਮੂੜੇ ਚੀਤ। ਇਸ ਮੂਰਖ ਦੇ ਚਿੱਤ ਵਿੱਚ ਕਦੇ ਮੌਤ ਦਾ ਖਿਆਲ ਨਹੀਂ ਆਉਂਦਾ। ਜੇ ਸਰੀਰਕ ਮੌਤ ਨੂੰ ਬੰਦਾ ਯਾਦ ਰੱਖੇ ਕਿ ਮੈਂ ਇੱਕ ਦਿਨ ਇਸ ਦੁਨੀਆ ਤੇ ਨਹੀਂ ਰਹਿਣਾ, ਸਰੀਰ ਕਰਕੇ ਮੇਰੀ ਇੱਕ ਦਿਨ ਮੌਤ ਹੋ ਜਾਣੀ ਹੈ, ਤਾਂ ਜਿਸ ਬੰਦੇ ਨੂੰ ਮੌਤ ਯਾਦ ਹੈ ਨਾ, ਉਹ ਈਰਖਾ, ਦਵੈਸ਼, ਵੈਰ, ਵਿਰੋਧ ਵਾਲੇ ਕਰਮ ਨਹੀਂ ਕਰੇਗਾ। ਉਹ ਇਸ ਦੁਨੀਆ ਵਿੱਚ ਵੈਰ ਨਹੀਂ ਕਮਾਏਗਾ, ਪਾਪ ਨਹੀਂ ਕਰੇਗਾ, ਸਗੋਂ ਚੰਗੀ ਸੁਹਿਰਦਤਾ ਵਾਲੀ ਜ਼ਿੰਦਗੀ ਜੀਵੇਗਾ, ਪਿਆਰ ਮੁਹੱਬਤ ਵਾਲੀ ਜ਼ਿੰਦਗੀ ਜੀਵੇਗਾ, ਦੂਜੇ ਲੋਕਾਂ ਦੇ ਦੁੱਖ ਸੁੱਖ ਵਿੱਚ ਸਾਥੀ ਹੋਏਗਾ, ਸਹਿਯੋਗ ਕਰੇਗਾ। ਪਹਿਲੀ ਗੱਲ ਸਰੀਰਕ ਮੌਤ। ਦੂਜੀ ਗੱਲ ਹੈ, ਇਹਨੂੰ ਆਤਮਿਕ ਮੌਤ ਵੀ ਚੇਤੇ ਨਹੀਂ ਹੈ ਕਿ ਮੇਰੀ ਜ਼ਮੀਰ ਤੇ ਪਲ ਪਲ ਮਰਦੀ ਜਾ ਰਹੀ ਹੈ। ਜਦੋਂ ਮੈਂ ਝੂਠ ਬੋਲਣਾ, ਕਿਸੇ ਨਾਲ ਮੈਂ ਈਰਖਾ ਕਮਾਨਾ, ਬੇਗਾਨੇ ਹੱਕ ਖਾਂਦਾ ਹਾਂ, ਤਾਂ ਮੇਰੀ ਜ਼ਮੀਰ ਮਰਦੀ ਜਾ ਰਹੀ ਹੈ, ਆਤਮਿਕ ਮੌਤ ਮੇਰੀ ਹੋ ਰਹੀ ਹੈ। ਬੰਦੇ ਨੂੰ ਇਹ ਚੇਤੇ ਨਹੀਂ ਹੈ ਤੇ ਕਰਦਾ ਕੀ ਇਹ ਬੈਰ, ਵਿਰੋਧ, ਕਾਮ, ਕ੍ਰੋਧ, ਮੋਹ, ਮੌਤ ਨੂੰ ਭੁਲਾ ਕੇ ਤੇ ਵੈਰ ਕਮਾ ਰਿਹਾ ਹੈ। ਇਹ ਮੌਤ ਨੂੰ ਭੁਲਾ ਕੇ ਵੈਰ ਕਮਾਉਂਦਾ ਹੈ, ਦੁਸ਼ਮਣੀ, ਲੋਕਾਂ ਦੇ ਨਾਲ ਦੁਸ਼ਮਣੀ ਪਾਈ ਫਿਰਦਾ ਹੈ। ਮਿੱਤਰਤਾ ਇਸਨੇ ਗਵਾ ਲਈ ਹੈ, ਭੈਣ ਭਰਾਵਾਂ ਦੇ ਨਾਲੋਂ ਇਹ ਨਾਤਾ ਸੰਬੰਧ ਤੋੜ ਬੈਠਾ ਹੈ। ਵਿਰੋਧ, ਵਾਦ ਵਿਵਾਦ, ਕਿਸੇ ਦੇ ਨਾਲ ਇਹਦੀ ਵਿਰੋਧਤਾ ਚੱਲਦੀ ਹੀ ਰਹਿੰਦੀ ਹੈ, ਪਾਰਟੀਬਾਜ਼ੀ ਚੱਲਦੀ ਹੀ ਰਹਿੰਦੀ ਹੈ। ਰਾਜਨੀਤਿਕ ਦੁਨੀਆ ਵਿੱਚ ਤੇ ਪਾਰਟੀਬਾਜ਼ੀ ਹੈ ਹੀ ਹੈ, ਧਾਰਮਿਕ ਦੁਨੀਆ ਦੇ ਅੰਦਰ ਪਾਰਟੀਬਾਜ਼ੀ ਦੇਖੀ ਜਾ ਸਕਦੀ ਹੈ। ਗੁਰਦੁਆਰਿਆਂ ਵਿੱਚ, ਮੰਦਰਾਂ ਵਿੱਚ, ਮਸੀਤਾਂ ਵਿੱਚ, ਧਰਮ ਸਥਾਨਾਂ ਵਿੱਚ, ਡੇਰਿਆਂ ਵਿੱਚ ਧਾਰਮਿਕ ਲੋਕਾਂ ਦੀਆਂ ਪਾਰਟੀਆਂ ਵੇਖੀਆਂ ਜਾ ਸਕਦੀਆਂ ਨੇ। ਇੱਕ ਧਰਮ ਦੂਜੇ ਧਰਮ ਦਾ ਵੈਰੀ, ਵਿਰੋਧੀ ਵੇਖਿਆ ਜਾ ਸਕਦਾ ਹੈ। ਇੱਕ ਹੀ ਧਰਮ ਦੇ ਅੰਦਰ ਆਪਣੇ ਹੀ ਧਰਮ ਨੂੰ ਮੰਨਣ ਹਾਰੇ ਦੂਜਿਆਂ ਦੇ ਵਿਰੋਧੀ ਵੇਖੇ ਜਾ ਸਕਦੇ ਨੇ। ਕਾਮ ਵਾਸਨਾਵਾਂ ਦੇ ਅੰਦਰ ਬੰਦਾ ਖਚਤ ਹੈ, ਬੇਗਾਨੀ ਧੀ ਭੈਣ ਨੂੰ ਮਾੜੀ ਨਜ਼ਰ ਦੇ ਨਾਲ ਤੱਕਦਾ ਹੈ। ਕ੍ਰੋਧ ਦੇ ਅੰਦਰ ਖਚਤ ਹੈ, ਕ੍ਰੋਧ ਦੇ ਨਾਲ ਆਪਣਾ ਹੀ ਨਾਸ਼ ਕਰੀ ਜਾਂਦਾ ਹੈ, ਆਪਣੇ ਵੱਡੇ ਵੱਡੇ ਰਿਸ਼ਤੇ ਇਹਨੇ ਤੋੜ ਲੈਣੇ। ਕ੍ਰੋਧੀ ਬੰਦੇ ਦਾ BP ਹਾਈ ਹੋ ਜਾਂਦਾ ਹੈ। ਕ੍ਰੋਧੀ ਬੰਦੇ ਦੇ ਅੰਦਰੋਂ ਕ੍ਰੋਧ ਦੇ ਕਾਰਨ ਕਿੰਨੇ ਸਾਰੇ ਸੈੱਲ ਬੇਮਤਲਬੇ ਹੀ ਮਰ ਜਾਂਦੇ ਨੇ। ਕ੍ਰੋਧ ਦੇ ਅੰਦਰ ਬੰਦਾ ਸਹੀ ਫੈਸਲੇ ਨਹੀਂ ਲੈ ਪਾਉਂਦਾ, ਕ੍ਰੋਧ ਦੇ ਨਾਲ ਆਪਣੇ ਦਿਮਾਗ ਨੂੰ ਖਰਾਬ ਕਰ ਦਿੰਦਾ ਹੈ। ਲੇਕਿਨ ਖਚਤ ਹੈ ਮੋਹ ਦਾ ਮਤਲਬ ਸੈਲਫਿਸ਼ਨੈਸ। ਜਿਸ ਬੰਦੇ ਦੇ ਅੰਦਰ ਮੋਹ ਹੋਏਗਾ ਨਾ, ਉਹ ਆਪਣੇ ਪਰਿਵਾਰ ਨੂੰ ਆਬਾਦ ਕਰਨ ਲਈ ਦੂਜਿਆਂ ਦੇ ਪਰਿਵਾਰਾਂ ਨੂੰ ਬਰਬਾਦ ਕਰਨ ਤੋਂ ਸੰਕੋਚ ਨਹੀਂ ਕਰੇਗਾ, ਬੇਸ਼ੱਕ ਆਪ ਵੀ ਬਰਬਾਦ ਹੋ ਜਾਏ। ਕੌਰਵਾਂ ਪਾਂਡਵਾਂ ਨੂੰ ਅਸੀਂ ਵੇਖ ਸਕਦੇ ਹਾਂ,
ਪੁੱਤਰ ਮੋਹ ਦੇ ਕਾਰਨ, ਰੂਏ ਦੇ ਕਾਰਨ ਕਿਵੇਂ ਆਪਣੀ ਸਾਰੀ ਦੀ ਸਾਰੀ ਕੁੱਲ ਬਰਬਾਦ ਕਰ ਲਈ। ਅੱਜ ਵੀ ਸੈਲਫਿਸ਼ਨੈਸ ਕਰਕੇ, ਸਵਾਰਥ ਕਰਕੇ ਕਿਵੇਂ ਲੋਕ ਇੱਕ ਦੂਜੇ ਦਾ ਨੁਕਸਾਨ ਕਰਦੇ ਨੇ। ਝੂਠ, ਵਿਕਾਰ, ਮਹਾ, ਲੋਭ, ਤਰੋਹ। ਤਰੋਹ ਦਾ ਮਤਲਬ ਦਗਾ, ਠੱਗੀ। ਇਹ ਬੰਦੇ ਨੂੰ ਮੌਤ ਯਾਦ ਨਹੀਂ, ਆਨੰਦ ਕੇਲ ਦੇ ਵਿੱਚ ਰਚਿਆ ਹੋਇਆ ਹੈ, ਰੰਗ ਤਮਾਸ਼ਿਆਂ ਵਿੱਚ, ਤੇ ਝੂਠ ਦਾ ਸਹਾਰਾ ਲੈਂਦਾ ਹੈ। ਹੁਣ ਝੂਠ ਦਾ ਸਹਾਰਾ ਲੈਣਾ ਇਨਸਾਨ ਦਾ ਕੰਮ ਨਹੀਂ ਨਾ। ਚਾਹੀਦਾ ਬੰਦਾ ਸੱਚ ਬੋਲੇ, ਸੱਚ ਸਭਨਾ ਹੋਈ ਦਾਰੂ। ਸੱਚ ਸਾਡੇ ਸਾਰੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੈ, ਤੇ ਝੂਠ ਸਾਡੀ ਹਰ ਸਮੱਸਿਆ ਦੀ ਜੜ ਹੈ। ਸਾਰੇ ਵਿਕਾਰ, ਵਿਰੋਧ ਝੂਠ ਤੋਂ ਸ਼ੁਰੂ ਹੋ ਜਾਂਦੇ ਨੇ। ਵਿਕਾਰ ਦਾ ਮਤਲਬ ਵਿਕਾਰ, ਮਾੜੇ ਕਰਮ। ਕਿੰਨੇ ਸਾਰੇ ਮਾੜੇ ਕਰਮ ਬੰਦਾ ਕਰਦਾ ਹੈ, ਬਹੁ ਗਿਣਤੀ ਦੇ ਅੰਦਰ ਕਿੰਨੇ ਮਾੜੇ ਕਰਮ ਕਰੀ ਜਾਂਦਾ ਹੈ। ਨਸ਼ਿਆਂ ਦੇ ਅੰਦਰ ਖਚਤ ਹੋਣਾ, ਰਿਸ਼ਵਤ ਖੋਰੀ, ਚੋਰ ਬਜ਼ਾਰੀ, ਜਾਂ ਜੋ ਵੀ ਅਸੀਂ ਪਾਪ ਵਿਕਾਰ ਸਮਝ ਸਕਦੇ ਹਾਂ। ਮਹਾ ਲੋਭ, ਵੱਡੇ ਵੱਡੇ ਲਾਲਚ, ਵੱਡੇ ਵੱਡੇ ਦਗੇ। ਲਾਲਚ ਦੇ ਕਾਰਨ ਕਿੱਡੇ ਵੱਡੇ ਵੱਡੇ ਇਹ ਦਗੇ ਕਮਾਉਂਦਾ ਹੈ ਲੋਕਾਂ ਦੇ ਨਾਲ। ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ, ਡੁਪਲੀਕੇਟ ਦਵਾਈਆਂ, ਖਾਣ ਪੀਣ ਵਾਲੇ ਪਦਾਰਥਾਂ ਦੇ ਅੰਦਰ ਮਿਲਾਵਟ, ਮਸਾਲਿਆਂ ਦੇ ਅੰਦਰ ਘੋੜਿਆਂ ਦੀ ਲਿੱਦ ਪਾ ਦੇਣੀ। ਕਿੰਨਾ ਕੁਛ ਬੰਦਾ ਦਗੇ ਕਮਾ ਰਿਹਾ ਹੈ। ਲਾਲਚ ਦੇ ਕਾਰਨ ਮਾੜੇ ਤੋਂ ਮਾੜਾ ਇਹ ਕਰਮ ਕਰੀ ਜਾਂਦਾ ਹੈ। ਮੌਤ ਨਹੀਂ ਚੇਤੇ ਵੀ ਮੈਂ ਵੀ ਇੱਕ ਦਿਨ ਮਰ ਜਾਣਾ ਹੈ। ਯਾਹੂ ਜੁਗਤ ਬਿਹਾਨੇ ਕਈ ਜਨਮ। ਇਸ ਢੰਗ ਦੇ ਨਾਲ ਕਈਆਂ ਦੇ ਜਨਮ ਬੀਤ ਗਏ ਨੇ ਬੇਕਾਰ ਵਿਅਰਥ ਵਿੱਚ। ਇੱਕ ਦਾ ਨਹੀਂ, ਕਈਆਂ ਦੇ, ਅਨੇਕਾਂ ਲੋਕਾਂ ਦਾ ਜਨਮ, ਅਨੇਕਾਂ ਲੋਕਾਂ ਦੀਆਂ ਜ਼ਿੰਦਗੀਆਂ, ਕਈ ਜ਼ਿੰਦਗੀਆਂ ਐਵੇਂ ਹੀ ਬਰਬਾਦ ਹੋ ਰਹੀਆਂ ਨੇ। ਮੇਰੀ ਜ਼ਿੰਦਗੀ, ਤੁਹਾਡੀ ਜ਼ਿੰਦਗੀ, ਤੀਜੇ ਦੀ, ਚੌਥੇ ਦੀ, ਕਿੰਨੀਆਂ ਜ਼ਿੰਦਗੀਆਂ, ਕਿੰਨੇ ਲੋਕਾਂ ਦੇ ਜਨਮ ਇਸੇ ਜੁਗਤੀ ਦੇ ਵਿੱਚ ਹੀ ਜੀ ਰਹੇ ਨੇ। ਐਸੇ ਢੰਗ ਤਰੀਕਿਆਂ ਦੇ ਵਿੱਚ ਹੀ ਆਪਣੇ ਜੀਵਨ ਨੂੰ ਕਿੰਨੇ ਲੋਕਾਂ ਨੇ ਬਰਬਾਦ ਕੀਤਾ ਹੋਇਆ ਹੈ। ਕਿੰਨਿਆਂ ਦੀ ਜ਼ਿੰਦਗੀ ਵਿਕਾਰਾਂ ਦੇ ਵਿੱਚ ਬਰਬਾਦ ਹੋ ਰਹੀ ਹੈ। ਗੁਣਾਂ ਨੂੰ ਛੱਡ ਕੇ ਔਗਣਾਂ ਨਾਲ ਪ੍ਰੀਤ ਬਣਾਈ ਬੈਠੇ ਨੇ, ਝੂਠ ਬੋਲ ਰਹੇ ਨੇ, ਲੋਭ ਕਮਾ ਰਹੇ ਨੇ, ਦਗੇ ਕਮਾ ਰਹੇ ਨੇ, ਵਿਕਾਰਾਂ ਦੇ ਅੰਦਰ ਖਚਤ ਨੇ, ਆਤਮਕ ਮੌਤ ਨੂੰ ਭੁਲਾਈ ਬੈਠੇ ਨੇ, ਆਤਮਕ ਮੌਤ ਤੇ ਮਰੇ ਹੋਏ ਨੇ। ਕੋਈ ਇੱਕ ਜ਼ਿੰਦਗੀ ਥੋੜੀ, ਕਈਆਂ ਦੀਆਂ ਜ਼ਿੰਦਗੀਆਂ, ਕਈਆਂ ਦੇ ਜੀਵਨ, ਕਈਆਂ ਦੇ ਜਨਮ ਚਾਰ ਚੁਫੇਰੇ ਝਾਤ ਮਾਰ ਕੇ ਅਸੀਂ ਵੇਖ ਸਕਦੇ ਹਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਨਾਨਕ ਰਾਖ ਲਿਓ ਆਪਨ ਕਰ ਕਰ, ਕਿ ਹੇ ਮਾਲਕ ਰਹਿਮਤ ਕਰ, ਆਪਣੀ ਰਹਿਮਤ ਕਰਕੇ ਮੈਨੂੰ ਬਚਾ ਲੈ। ਮੈਂ ਤੇਰੀ ਸ਼ਰਨ ਵਿੱਚ ਆ, ਮੈਨੂੰ ਬਚਾ ਲੈ। ਤਾਂ ਇਹ ਜੋ ਮੈਨੂੰ ਬਚਾ ਲੈ ਹੈ ਨਾ, ਇਹ ਹਰ ਇਨਸਾਨ ਨੇ ਰੱਬੀ ਚਰਨਾਂ ਵਿੱਚ ਅਰਦਾਸ ਕਰਨੀ ਹੈ, ਔਰ ਆਪਣੇ ਬਚਨ ਵਾਸਤੇ ਆਪਣੇ ਆਪੇ ਦੇ ਨਾਲ ਕਮਿਟਮੈਂਟ ਕਰਨਾ ਹੈ ਕਿ ਮੈਂ ਇਹ ਕਰਮ ਨਹੀਂ ਕਰਨੇ। ਆਪਣੇ ਅੰਦਰ ਬੈਠੇ ਰੱਬ ਅੱਗੇ ਅਰਦਾਸ ਕਰਨੀ ਹੈ ਕਿ ਰੱਬਾ ਮੈਨੂੰ ਬਚਾ, ਮੈਂ ਤੇਰੀ ਸ਼ਰਨ ਵਿੱਚ ਹਾਂ। ਤੇਰੀ ਸ਼ਰਨ ਮੀਨਸ ਮੈਂ ਤੇਰੀ ਹੁਕਮ ਰਜ਼ਾ ਦੇ ਅੰਦਰ ਚੱਲਾਂਗਾ, ਤੇ ਮੈਨੂੰ ਬਚਾ, ਮੇਰੇ ਤੇ ਰਹਿਮਤ ਕਰ। ਤਾਂ ਜੇ ਦੁਨੀਆ ਦਾ ਹਰ ਇਨਸਾਨ ਘੱਟ ਤੋਂ ਘੱਟ, ਜ਼ਿਆਦਾ ਨਹੀਂ ਤਾਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਨ ਵਾਲੇ ਲੋਕ, ਇੰਨੇ ਕੁ ਲੋਕ ਵੀ ਕਰ ਲੈਣ ਬਾਣੀ ਪੜ੍ਹਨ ਵਾਲੇ, ਕਿ ਆਪ ਪ੍ਰਤਿੱਗਿਆ ਕਰਨ ਕਿ ਮੈਂ ਅੱਜ ਤੋਂ ਬਾਅਦ ਇਹ ਕਰਮ ਨਹੀਂ ਕਰਨਾ। ਮੈਂ ਯਾਦ ਰੱਖਣਾ ਹੈ ਕਿ ਮੈਂ ਆਤਮਿਕ ਜ਼ਿੰਦਗੀ ਜੀਣੀ ਹੈ, ਮੈਂ ਝੂਠ ਨਹੀਂ ਬੋਲਣਾ, ਸੱਚ ਬੋਲਣਾ ਹੈ, ਦਇਆ ਕਮਾਣੀ ਹੈ, ਪਿਆਰ ਦੇ ਨਾਲ ਰਹਿਣਾ ਹੈ, ਰੱਬੀ ਰਜ਼ਾ ਦੇ ਵਿੱਚ ਤੁਰਨਾ ਹੈ। ਜੇ ਕੱਲਾ ਕੱਲਾ ਬੰਦਾ ਬਦਲੇਗਾ, ਪਰਿਵਾਰ ਬਦਲਣਗੇ, ਪਰਿਵਾਰ ਬਦਲਣਗੇ, ਸਮਾਜ ਬਦਲੇਗਾ। ਇਸ ਲਈ ਹਰ ਇਨਸਾਨ ਨੂੰ ਇਹਨਾਂ ਵਿਕਾਰਾਂ, ਪਾਪਾਂ, ਅਪਰਾਧਾਂ ਵੱਲ ਧਿਆਨ ਦੇ ਕੇ ਤੇ ਸ਼ੁਭ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ, ਤਾਂ ਸਾਡੇ ਜੀਵਨ ਦੇ ਅੰਦਰ ਸੁੱਖ, ਸ਼ਾਂਤੀ, ਖੇੜਾ, ਪ੍ਰਸੰਨਤਾ, ਆਨੰਦ ਆਦਿਕ ਆ ਸਕਦਾ ਹੈ। ਤੂੰ ਠਾਕੁਰ ਤੂੰ ਪਹਿ ਅਰਦਾਸ, हे ਮਾਲਕ ਤੂੰ ਠਾਕੁਰ ਹੈ, ਮਾਲਕ ਹੈ, ਤੇ ਸਾਡੀ ਜੀਵਨ ਦੀ ਤੇਰੇ ਅੱਗੇ ਹੀ ਅਰਦਾਸ ਹੈ।
तेरे चरणों विच ही अरदास है, तू ही सारियां दा मालक है। हिंदू मुसलमान सिख ईसाई जो भी जीव जंत ने सारियां दा मालक रब इक्को ही है। अव्वल अल्लाह नूर पाया, एक ही रब, एक ओंकार है, एक है, सब दा मालक है। ते ओदे चरणों विच ही अरजोई करनी है। हुण इत्थे असीं भुल की कर रहे हैं, आम बंदा भुल की कर रहा है। कोई तो देवियां देवतियां अगे अरदास कर रहा है, कोई मड़ियां कबरां अगे जाके अरदासां करदा है कि बाबा मैनू बचा। हैरानगी इस गल दी है कि जिउंदा बंदा मरे बंदे दी कबर अगे अरदास कर रहा है कि मैनू लंबी जिंदगी बख्श। बंदा पूछे भी जे तैनू जिंदगी बख्शण जोगा हुंदा ते आप क्यों मरदा? आप तो कबर विच पिया है, आप तो मरिया पिया, तैनू वो की दे सकेगा? तां तू ठाकुर, तू मालक है, जर्रे जर्रे अंदर समाया हुआ है। ते ठाकुर और दास का रिश्ता बहुत प्यारा है। ਅਸੀਂ ਕਹਿ ਦਿੰਦੇ ਆ ਕਿ ਤੇਰੇ ਦਾਸ ਆ, ਲੇਕਿਨ ਦਾਸ ਅਸੀਂ ਹੁੰਦੇ ਨਹੀਂ ਕਈ ਵਾਰ। ਇਹਦਾ ਮਤਲਬ ਇਹ ਨਹੀਂ ਕਿ ਸਾਰੇ ਨਹੀਂ ਹੁੰਦੇ। ਦਾਸ ਨੂੰ ਥੋੜਾ ਜਿਹਾ ਸਮਝ ਲੈਣਾ, ਦਾਸ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ। ਦਾਸ ਸਿਰਫ ਹੁਕਮ ਮੰਨਦਾ ਹੈ ਬੌਸ ਦਾ। ਜਿਸ ਫੈਕਟਰੀ ਕਾਰਖਾਨੇ ਵਿੱਚ ਜਾਂ ਜਿਸ ਜੌਬ ਸੈਂਟਰ ਵਿੱਚ ਤੁਸੀਂ ਜੌਬ ਕਰਦੇ ਹੋ, ਜਿਸ ਵੀ ਜਗ੍ਹਾ ਤੇ, ਤਾਂ ਜੋ ਤੁਹਾਡਾ ਸੁਪਰਵਾਈਜ਼ਰ ਹੈ ਜਾਂ ਬੌਸ ਹੈ, ਮਾਲਕ ਹੈ, ਜਿਹੜਾ ਕੰਮ ਤੁਹਾਨੂੰ ਕਹੇਗਾ ਤੁਹਾਨੂੰ ਉਹੀ ਕੰਮ ਕਰਨਾ ਪਵੇਗਾ। ਮਾਲਕ ਤੇ ਤੁਹਾਡਾ ਹੁਕਮ ਨਹੀਂ ਚੱਲਣਾ, ਤੁਸੀਂ ਉਸ ਹੁਕਮ ਨੂੰ ਮੰਨਣਾ ਹੈ। ਤੇ ਜਿਹੜਾ ਆਪਣੇ ਬੌਸ ਦੇ ਹੁਕਮ ਨੂੰ ਸਹੀ ਢੰਗ ਨਾਲ ਸਮਝਦਾ ਹੈ, ਮੰਨਦਾ ਹੈ, ਉਹਦੇ ਮੁਤਾਬਕ ਕੰਮ ਕਰਦਾ ਹੈ, ਉਹਦੇ ਤੇ ਬੌਸ ਦੀ ਖੁਸ਼ੀ ਹੁੰਦੀ ਹੈ। ਔਰ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਦੇ ਨੌਕਰ ਇਮਾਨਦਾਰ ਹੁੰਦੇ ਨੇ ਨਾ, ਉਹ ਆਪਣੇ ਨੌਕਰਾਂ ਨੂੰ ਹੀ ਚਾਬੀ ਦੇ ਦਿੰਦੇ ਨੇ। ਕਈ ਬੰਦੇ ਬੜੇ ਇਮਾਨਦਾਰ ਹੁੰਦੇ ਨੇ ਤੇ ਮਾਲਕ ਜਿਹੜੇ ਨੇ ਆਪਣੇ ਨੌਕਰਾਂ ਨੂੰ ਹੀ ਚਾਬੀ ਫੜਾ ਦਿੰਦੇ ਨੇ, ਘਰ ਹੀ ਸੌਂਪ ਦਿੰਦੇ ਨੇ, ਪਿਆ ਫੜ ਤੂੰ, ਕਿਉਂਕਿ ਇਮਾਨਦਾਰੀ ਹੈ ਨਾ। ਤਾਂ ਰੱਬ ਨੂੰ ਅਸੀਂ ਆਪਣਾ ਮਾਲਕ ਸਮਝਣਾ ਹੈ, ਅਸੀਂ ਉਹਦੇ ਦਾਸ ਬਣਨਾ ਹੈ, ਭਾਵ ਰੱਬੀ ਰਜ਼ਾ ਦੇ ਅੰਦਰ ਜੀਵਨ ਗੁਜ਼ਾਰਨਾ ਹੈ। ਤੁਮ ਪੈ ਅਰਦਾਸ, ਤੇ ਰੱਬ ਅੱਗੇ ਹੀ ਅਰਦਾਸ ਕਰਨੀ ਹੈ। ਅਰਦਾਸ ਕਰਨ ਦਾ ਮਤਲਬ ਕਿ ਅਸੀਂ ਰੱਬੀ ਹੁਕਮ ਦੇ ਵਿੱਚ ਤੁਰਨਾ ਹੈ, ਪ੍ਰੋਮਿਸ ਕਰਨਾ ਹੈ। ਅਰਦਾਸ ਸਾਡੀ ਪ੍ਰੋਮਿਸ ਹੈ। ਜਿਵੇਂ ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਅਸੀਂ ਜਦੋਂ ਕਹਿੰਦੇ ਨਾ ਪੰਜਾਂ ਤਖਤਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਜਾਂ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਤਾਂ ਇਹ ਵਾਹਿਗੁਰੂ ਬੋਲਣ ਦਾ ਮੀਨਿੰਗ ਇਹ ਹੁੰਦਾ ਹੈ ਕਿ ਮੈਂ ਵਾਹਿਗੁਰੂ ਦੀ ਕਸਮ ਖਾ ਕੇ ਪ੍ਰੋਮਿਸ ਕਰਦਾ ਹਾਂ ਕਿ ਮੈਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵਾਂਗਾ। ਮੈਂ ਵਾਹਿਗੁਰੂ ਦੀ ਕਸਮ ਖਾ ਕੇ ਪ੍ਰੋਮਿਸ ਕਰਦਾ ਹਾਂ ਕਿ ਮੈਂ ਪੰਜਾਂ ਪਿਆਰਿਆਂ, ਚਾਰ ਸਾਹਿਬਜ਼ਾਦਿਆਂ ਵਰਗੀ ਜ਼ਿੰਦਗੀ ਜੀਵਾਂਗਾ। ਤਾਂ ਰੱਬ ਦੇ ਅੱਗੇ ਅਰਦਾਸ ਦਾ ਮਤਲਬ ਸਾਡੀ ਪ੍ਰੋਮਿਸ ਹੈ ਕਿ हे ਮਾਲਕ, ਤੂੰ ਮਾਲਕ ਹੈ, ਅਸੀਂ ਤੇਰੇ ਬੱਚੇ ਆ, ਤੇਰੇ ਹੁਕਮ ਦੇ ਵਿੱਚ ਚੱਲਾਂਗੇ। ਸਾਡੀ ਪ੍ਰੋਮਿਸ ਹੈ ਮੇਰੀ ਤੇਰੇ ਨਾਲ। ਜੀਓ ਪਿੰਡ ਸਭ ਤੇਰੀ ਰਾਸ, ਤੇ ਪ੍ਰੋਮਿਸ ਕੀ ਕਰ ਰਹੇ ਨੇ ਕਿ ਮੇਰੀ ਜਿੰਦ, ਮੇਰਾ शरीर और मेरी रास पूंजी, ये सब तेरी है। देखो उन्हें प्रॉमिस हो गई ना कि जियो पिंड सब तेरी रास, मेरा जो भी तन मन धन है सब तेरा है। ਅਸੀਂ ਹੁਣ ਕਹਿ ਦਿੱਤਾ ਹੈ, ਸ਼ਬਦ ਰੋਜ਼ ਪੜ੍ਹਦੇ ਆ, ਪੜ੍ਹਨਾ ਚਾਹੀਦਾ ਹੈ। ਕਹਿੰਦੇ ਆ ਕਿ ਤਨ ਮਨ ਧਨ ਗੁਰੂ ਦਾ ਹੈ, ਪਰ ਕਹਿਣ ਵਿੱਚ ਔਰ ਕਰਨ ਦੇ ਅੰਦਰ ਥੋੜਾ ਜਿਹਾ ਫਰਕ ਹੈ। ਹੁਣ ਤਨ ਗੁਰੂ ਦਾ ਹੈ ਤਾਂ ਇਹਦਾ ਮੀਨਿੰਗ ਇਹ ਹੈ ਕਿ ਮੈਂ ਪ੍ਰੋਮਿਸ ਕਰ ਰਿਹਾ ਹਾਂ ਕਿ हे ਮੇਰੇ ਮਾਲਕ, ਇਸ ਤਨ ਦੇ ਨਾਲ ਜੋ ਮੈਂ ਕੰਮ ਕਰਾਂਗਾ ਉਹ ਕੰਮ ਕਰਾਂਗਾ ਜੋ ਤੈਨੂੰ ਮਨਜ਼ੂਰ ਨੇ। ਮੈਂ ਪ੍ਰੋਮਿਸ ਕਰਦਾ। ਅਰਦਾਸ ਦਾ ਮਤਲਬ ਪ੍ਰੋਮਿਸ ਕਰਦਾ ਕਿ ਤੇਰੇ ਤਨ ਨੂੰ ਲੈ ਕੇ ਮੈਂ ਸ਼ਰਾਬ ਵਾਲੇ ਠੇਕੇ ਤੇ ਨਹੀਂ ਜਾਵਾਂਗਾ, ਤੇਰੇ ਤਨ ਨੂੰ ਲੈ ਕੇ ਮੈਂ ਚੋਰੀਆਂ ਪਾਪ ਕਮਾਨ ਨਹੀਂ ਜਾਵਾਂਗਾ, ਕਿਉਂਕਿ ਤਨ ਗੁਰੂ ਨੂੰ ਸੌਂਪ ਦਿੱਤਾ ਨਾ। ਮਨ ਤੇਰਾ ਹੈ ਤਾਂ ਇਹਦਾ ਮਤਲਬ ਮੈਂ ਰੱਬ ਦੇ ਨਾਲ ਇੱਕ ਪ੍ਰੋਮਿਸ ਕਰ ਰਿਹਾ, ਆਪਣੇ ਆਪ ਦੇ ਨਾਲ ਕਮਿਟਮੈਂਟ ਕਰ ਰਿਹਾ, ਰੱਬ ਦੇ ਨਾਲ ਮੈਂ ਕਮਿਟਮੈਂਟ ਕਰ ਰਿਹਾ ਕਿ ਮਾਲਕ ਇਹ ਮਨ ਤੇਰਾ ਹੈ, ਇਹਦੇ ਵਿੱਚ ਮੇਰਾ ਕੋਈ ਵਿਚਾਰ ਆਪਣਾ ਪੈਦਾ ਨਹੀਂ ਹੋਏਗਾ, ਸਾਰੇ ਵਿਚਾਰ ਤੇਰੇ ਗੁਣਾਂ ਵਾਲੇ ਹੋਣਗੇ, ਸਾਰੇ ਵਿਚਾਰ ਤੇਰੀ ਰਜ਼ਾ ਮੁਤਾਬਕ ਜ਼ਿੰਦਗੀ ਜੀਣ ਵਾਲੇ ਹੋਣਗੇ। ਤੇ ਧਨ ਤੇਰਾ ਹੈ, ਰਾਸ ਧਨ ਪ੍ਰੋਪਰਟੀ,
ਤਾਂ ਰੱਬ ਦੇ ਅੱਗੇ ਅਰਦਾਸ ਕਰਨ ਦਾ ਮਤਲਬ ਅਸੀਂ ਇਹ ਕਸਮ ਖਾ ਰਹੇ ਹਾਂ ਕਿ हे ਮਾਲਕ, ਜੋ ਵੀ ਧਨ ਆਦਿਕ ਹੈ ਇਹਦੀ ਵਰਤੋਂ ਤੇਰੇ ਹੁਕਮ ਦੇ ਵਿੱਚ ਕਰਾਂਗੇ। ਉਹ ਕਰਮ ਜੋ ਤੈਨੂੰ ਮਨਜ਼ੂਰ ਨਹੀਂ, ਉਹਦੇ ਵਾਸਤੇ ਅਸੀਂ ਇਸ ਧਨ ਦੀ ਵਰਤੋਂ ਨਹੀਂ ਕਰਾਂਗੇ। ਕਿੰਨੇ ਲੋਕ ਨੇ ਰਿਸ਼ਵਤ ਦੇ ਨਾਲ ਬੇਗਾਨੇ ਹੱਕ ਖਤਮ ਕਰਾ ਦਿੰਦੇ ਨੇ, ਸੁਪਾਰੀ ਦੇ ਕੇ ਕਤਲ ਕਰਾ ਦਿੱਤਾ, ਜਾਂ ਧਨ ਦੇ ਨਾਲ ਵਪਾਰ ਐਸਾ ਕੀਤਾ ਜੋ 2 ਨੰਬਰ ਦਾ ਹੈ, ਤਾਂ ਫਿਰ ਇਹ ਠੀਕ ਨਹੀਂ ਹੈ। ਅਗਲਾ ਬਚਨ ਕਰਦੇ ਨੇ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਹੁਣ ਕੀ ਅਰਦਾਸ ਕਰ ਰਹੇ ਨੇ, ਕੀ ਪ੍ਰੋਮਿਸ ਅਸੀਂ ਕਰ ਰਹੇ ਹਾਂ ਕਿ हे ਮਾਲਕ, ਤੂੰ ਸਾਡਾ ਮਾਂ ਹੈ, ਤੂੰ ਸਾਡਾ ਪਿਓ ਹੈ, ਅਸੀਂ ਤੇਰੇ ਬੱਚੇ ਹਾਂ। ਹੁਣ ਇਹ ਅਸੀਂ ਪ੍ਰੋਮਿਸ ਕਰ ਰਹੇ ਹਾਂ ਰੱਬ ਅੱਗੇ ਅਰਦਾਸ, ਤੂੰ ਠਾकुर तुम पे ਅਰਦਾਸ, ਤੇਰੇ ਅੱਗੇ ਅਰਦਾਸ, ਯਾਨੀ ਤੇਰੇ ਨਾਲ ਅਸੀਂ ਪ੍ਰੋਮਿਸ ਕਰਦੇ ਹਾਂ ਮਾਲਕ ਜੀ, ਤੂੰ ਸਾਡਾ ਮਾਂ ਬਾਪ ਹੈ ਔਰ ਅਸੀਂ ਤੇਰੇ ਬੱਚੇ ਹਾਂ। ਇੱਕ ਦੋ ਗੱਲਾਂ ਮੈਂ ਆਪ ਨਾਲ ਇੱਥੇ ਸਾਂਝੀਆਂ ਕਰਾਂਗਾ। 2-3 ਕਿਸਮ ਦੇ ਸਾਡੇ ਸੰਬੰਧ ਹੁੰਦੇ ਨੇ ਰੱਬ ਦੇ ਨਾਲ। ਇੱਕ ਹੈ ਭਿਖਾਰੀਆਂ ਵਾਲਾ, ਇੱਕ ਸੰਬੰਧ ਹੈ ਭਿਖਾਰੀ ਵਾਲਾ, ਔਰ ਇੱਕ ਸੰਬੰਧ ਹੈ ਬੱਚਿਆਂ ਵਾਲਾ। 2 ਤਰ੍ਹਾਂ ਦੇ ਲੋਕ ਨੇ। ਹੁਣ ਦੇਖੋ, ਭਿਖਾਰੀ ਮੰਗ ਰਿਹਾ ਹੈ ਕਿ ਸਰਦਾਰ ਜੀ ਜਾਂ ਬਾਬੂ ਜੀ ਮੈਨੂੰ 5 ਰੁਪਏ ਦੇ ਦਿਓ, ਮੈਂ ਰੋਟੀ ਖਾਣੀ। ਮੰਗ ਰਿਹਾ ਹੈ ਭਿਖਾਰੀ। ਭਿਖਾਰੀ ਨੂੰ ਲੋੜ ਵੀ ਹੈ, ਕਿਉਂਕਿ ਉਹਦੇ ਪੈਰਾਂ ਵਿੱਚ ਜੁੱਤੀ ਨਹੀਂ, ਭੁੱਖਾ ਹੈ, ਲੋੜ ਹੈ। ਔਰ ਤਰਲੇ ਵੀ ਉਹ ਬੱਚੇ ਨਾਲੋਂ ਜ਼ਿਆਦਾ ਕੱਢਦਾ ਹੈ। ਲੋੜ ਵੀ ਹੈ, ਤਰਲੇ ਵੀ ਲੈ ਰਿਹਾ ਹੈ, ਪਰ ਉਹਦੇ ਮੰਗਣ ਵਿੱਚ ਇੱਕ ਫਰਕ ਹੈ। ਉਹਨੂੰ ਵਿਸ਼ਵਾਸ ਨਹੀਂ ਹੈ ਕਿ ਇਹ ਸਰਦਾਰ ਜੀ ਜਾਂ ਬਾਬੂ ਜੀ ਜਿਹਦੇ ਤੋਂ ਵੀ ਮੈਂ ਮੰਗ ਰਿਹਾ, ਇਹ ਮੈਨੂੰ ਪੈਸੇ ਦੇਗਾ ਕਿ ਨਹੀਂ ਦੇਗਾ, ਵਿਸ਼ਵਾਸ ਨਹੀਂ ਹੈ। ਮੰਗ ਰਿਹਾ ਹੈ, ਲੋੜ ਹੈ, ਪਰ ਵਿਸ਼ਵਾਸ ਨਹੀਂ। ਬੱਚਾ ਮੰਗ ਰਿਹਾ ਹੈ, ਬੇਸ਼ੱਕ ਲੋੜ ਨਾ ਵੀ ਹੋਵੇ, ਪਰ ਉਹਨੂੰ ਵਿਸ਼ਵਾਸ ਬੜਾ ਹੈ। ਇੰਡੀਆ ਵੇਖੇ ਨਾ, ਕੁਲਫੀਆਂ ਵੇਚਣ ਵਾਲੇ ਭਾਈ ਆਉਂਦੇ ਨੇ, ਤੇ ਜਦੋਂ ਆਣ ਕੇ ਉਹ ਹੌਰਨ ਵਜਾਉਂਦੇ ਨੇ, ਪੀਪਣੀ ਵਜਾਉਂਦੇ ਨੇ, ਬੱਚੇ ਬਾਹਰ ਆ ਜਾਂਦੇ ਨੇ, ਤੇ ਬੱਚਾ ਬਾਹਰ ਆਣ ਕੇ ਆਂਦਾ, ਭਾਈ ਮੈਨੂੰ ਕੁਲਫੀ ਦੇ। ਤੇ ਜਿਸ ਘਰ ਦੇ ਵਿੱਚ ਉਹ ਬੱਚੇ ਨੂੰ ਨਿਕਲਦਿਆਂ ਵੇਖਦਾ, ਕੁਲਫੀ ਵਾਲਾ ਭਾਈ ਉਹਨੂੰ ਕੁਲਫੀ ਫੜਾ ਦਿੰਦਾ। ਤੇ ਬੱਚਾ ਜਾ ਕੇ ਮਾਂ ਨੂੰ ਜਾਂ ਪਿਓ ਨੂੰ ਕਹਿੰਦਾ ਕਿ ਮੰਮਾ ਮੈਂ ਕੁਲਫੀ ਲੈ ਕੇ ਆਇਆ, ਮੈਨੂੰ ਪੈਸੇ ਦੇ। ਦੇਖੋ ਬੱਚੇ ਨੂੰ ਕਿੰਨਾ ਵਿਸ਼ਵਾਸ ਹੈ ਕਿ ਮੇਰੀ ਮਾਂ ਨੇ ਜਾਂ ਪਿਓ ਨੇ ਪੈਸੇ ਦੇ ਦੇਣੇ ਨੇ। ਤੇ ਕੱਲੇ ਬੱਚੇ ਨੂੰ ਵਿਸ਼ਵਾਸ ਨਹੀਂ, ਕੁਲਫੀ ਵਾਲੇ ਭਾਈ ਨੂੰ ਵੀ ਵਿਸ਼ਵਾਸ ਹੈ ਕਿ ਜਿਹੜਾ ਬੱਚਾ ਲੈ ਕੇ ਪੈਸੇ ਕੁਲਫੀ ਲੈ ਕੇ ਗਿਆ ਤੇ ਮਾਂ ਪਿਓ ਪੈਸੇ ਦੇਣਗੇ, ਕਿਉਂਕਿ ਮਾਂ ਪਿਓ ਦਿੰਦੇ ਨੇ ਨਾ, ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦੇ। ਇਹ ਵਿਸ਼ਵਾਸ ਤਾਂ ਗੁਰੂ ਉੱਤੇ, ਰੱਬ ਉੱਤੇ ਸਾਨੂੰ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਹੈ। ਅਸੀਂ ਇਹ ਪ੍ਰੋਮਿਸ ਕਰ ਰਹੇ ਹਾਂ ਕਿ हे ਰੱਬ ਜੀ, ਤੁਹਾਡੇ ਅੱਗੇ ਅਰਦਾਸ ਕਰਦੇ ਹਾਂ, ਯਾਨੀ ਪ੍ਰੋਮਿਸ ਕਰਦੇ ਹਾਂ ਕਿ ਤੁਹਾਡੇ ਉੱਤੇ ਅਸੀਂ ਬੱਚਿਆਂ ਵਾਲਾ ਔਰ ਮਾਂ-ਬਾਪ ਵਾਲਾ ਵਿਸ਼ਵਾਸ ਕਰਾਂਗੇ, ਜਿਵੇਂ ਬੱਚਿਆਂ ਦਾ ਵਿਸ਼ਵਾਸ ਮਾਂ-ਬਾਪ ਤੇ ਹੁੰਦਾ ਹੈ, ਉਵੇਂ ਆਪ ਦੀ ਆਗਿਆ ਵਿੱਚ ਵੀ ਰਹਾਂਗੇ। ਤਾਂ ਜੇ ਅਸੀਂ ਹੁਣ ਰੱਬ ਨੂੰ, ਗੁਰੂ ਨੂੰ ਆਪਣਾ ਮਾਂ-ਬਾਪ ਸਮਝੀਏ ਔਰ ਬੱਚਿਆਂ ਵਾਲਾ ਵਿਸ਼ਵਾਸ ਕਰੀਏ, ਤਾਂ ਫਿਰ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਨਾ, ਭਰੋਸਾ ਹੋਣਾ ਚਾਹੀਦਾ ਹੈ। ਗੁਰੂ ਦੀ ਪਾਵਨ ਬਾਣੀ ਜੋ ਕਹਿ ਰਹੀ ਹੈ ਉਹ ਬਿਲਕੁਲ ਠੀਕ ਕਹਿ ਰਹੀ ਹੈ, ਤੇ ਅਸੀਂ ਉਹਦੇ ਹੁਕਮ ਰਜਾ ਦੇ ਵਿੱਚ ਤੁਰੀਏ। ਬੱਚੇ ਨੂੰ ਪਤਾ ਹੈ ਕਿ ਮੈਨੂੰ ਹੋਰ ਕਿਸੇ ਨੇ ਪੈਸੇ ਨਹੀਂ ਦੇਣੇ, ਮੇਰੇ ਮਾਂ-ਬਾਪ ਦੇ ਨੇ। ਜੇ ਇਹ ਵਿਸ਼ਵਾਸ ਹੋ ਜਾਏ ਤੇ ਅਸੀਂ ਗੁਰਬਾਣੀ ਦੇ ਅੱਖਰ ਅੱਖਰ ਦੇ ਉੱਤੇ ਅਮਲ ਕਰਾਂਗੇ, ਸਾਨੂੰ ਸਮਝ ਆ ਜਾਏਗੀ ਕਿ ਮਾਂ-ਬਾਪ ਰੱਬ ਹੈ, ਆ ਦੇਵੀਆਂ ਦੇਵਤੇ ਮਾਂ-ਬਾਪ ਨਹੀਂ ਹਨ। ਇਹਨਾਂ ਪਸ਼ੂਆਂ ਨੂੰ ਵੀ ਪਤਾ ਹੈ, ਪਸ਼ੂਆਂ ਦੇ ਬੱਚਿਆਂ ਨੂੰ। 4 ਮੱਝਾਂ ਹੋਣ ਨਾ, ਤੇ ਜਿਸ ਮੱਝ ਦਾ ਬੱਚਾ ਛੱਡੋਗੇ ਉਹ ਆਪਣੀ ਮਾਂ ਦੇ ਥਣਾ ਨੂੰ ਜਾ ਕੇ ਮੂੰਹ ਪਾਉਂਦਾ ਹੈ। ਉਹਨੂੰ ਪਤਾ ਹੈ ਕਿ ਦੂਜੀ ਮੱਝ ਦੇ ਥਣ ਨੂੰ ਮੂੰਹ ਪਾਇਆ ਤੇ ਉਹਨੂੰ ਲੱਤ ਮਾਰਨੀ ਹੈ। ਦੂਜੀ ਮੱਝ, ਦੂਜੀ ਗਾਂ ਦੂਜੇ ਬੱਚੇ ਨੂੰ ਨਹੀਂ ਪੈਣ ਦਿੰਦੀ। ਇਹ ਤਾਂ ਸਾਡੀ ਸਾਰਿਆਂ ਦਾ ਤਜਰਬਾ ਹੈ ਨਾ। ਇਸ ਲਈ ਪਸ਼ੂ ਨੂੰ ਵੀ ਪਤਾ ਹੈ, ਪਸ਼ੂ ਦੇ ਬੱਚੇ ਨੂੰ ਵੀ ਪਤਾ ਹੈ ਕਿ ਆਪਣੀ ਮਾਂ ਦਾ ਥਣ ਮੈਂ ਮੂੰਹ ਦੇ ਵਿੱਚ ਪਾਵਾਂਗਾ ਤਾਂ ਹੀ ਦੁੱਧ ਮਿਲਣਾ, ਦੂਜੇ ਨੇ ਨਹੀਂ ਦੇਣਾ। ਕਿੰਨਾ ਵਿਸ਼ਵਾਸ ਹੈ, ਕਿੰਨੀ ਸਮਝ ਹੈ। ਤੇ ਅਸੀਂ ਆਪਣੇ ਰੱਬ ਨੂੰ, ਗੁਰੂ ਨੂੰ ਛੱਡ ਕੇ
प्रोमिज ये करके कि तू मात पिता हम बारिक तेरे, प्रोमिज ये कर रहे हैं तुमरी कृपा में सूख कनेरे, ਤੇ ਪੁੱਤਰ ਦੀ ਦਾਤ ਮੰਗਣ ਲਈ ਬਾਬਾ ਜੀ ਕੋਲ ਜਾ ਰਹੇ ਆ ਕਿ ਬੱਚਾ ਹੁਣ ਬਾਬੇ ਦੀ ਸੇਵਾ ਦੇ ਨਾਲ ਹੋਏਗਾ। ਪ੍ਰੋਬਲਮ ਕ੍ਰੀਏਟ ਹੋ ਗਈ ਨਾ। ਪਹਿਲੀ ਗੱਲ ਬੱਚਿਆਂ ਵਾਲਾ ਵਿਸ਼ਵਾਸ। ਦੂਜੀ ਗੱਲ ਕਿ ਹੇ ਮਾਲਕ ਤੂੰ ਮੇਰੇ ਮਾਂ-ਬਾਪ ਦੇ ਵਿੱਚ ਵੀ ਤੂੰ ਹੈ, ਮਾਂ ਵਿੱਚ ਵੀ ਤੂੰ ਹੈ, ਪਿਓ ਵਿੱਚ ਵੀ ਤੂੰ, ਬੱਚਿਆਂ ਵਿੱਚ ਵੀ ਤੂੰ ਸਰਵ ਵਿਆਪਕ ਹੈ। ਤਾਂ ਫਿਰ ਅਸੀਂ ਆਪਣੇ ਮਾਂ-ਬਾਪ ਦਾ ਸਤਿਕਾਰ ਵੀ ਰੱਬ ਵਰਗਾ ਕਰਾਂਗੇ। ਮਾਂ-ਬਾਪ ਬੱਚਿਆਂ ਦੇ ਨਾਲ ਪਿਆਰ ਰੱਬ ਵਰਗਾ ਕਰਨਗੇ। ਤੇ ਜੇ ਅਸੀਂ ਆਪਣੇ ਘਰ ਪਰਿਵਾਰ ਦੇ ਅੰਦਰ ਇਸ ਚੀਜ਼ ਦੇ ਉੱਤੇ ਅਮਲ ਕਰ ਲਈਏ ਤਾਂ ਸਾਡੀ ਜ਼ਿੰਦਗੀ ਕੈਸੀ ਹੋ ਜਾਏਗੀ, ਇਹਦਾ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਨਾ। ਤਾਂ ਹੇ ਪ੍ਰਭੂ, ਮੈਂ ਪ੍ਰੋਮਿਸ ਕਰਦਾ ਹਾਂ ਕਿ ਤੂੰ ਹੀ ਸਾਡੀ ਮਾਂ ਹੈ, ਤੂੰ ਸਾਡਾ ਬਾਪ ਹੈ, ਅਸੀਂ ਤੇਰੇ ਬੱਚੇ ਹਾਂ। ਤੁਮਰੀ ਕਿਰਪਾ ਮਹਿ ਸੂਖ ਕਨੇਰੇ, कि हे मालिक तेरी रहमत दे अंदर बहुत ज्यादा सुख ने, सिर्फ तेरी रहमत विच, तेरी कृपा विच, तेरी कृपा दे अंदर सुख ने, तेरी रहमत दे अंदर कनेरे सुख ने, अनंत सुख ने, होर किते नहीं। किसे बाबे दी कृपा विच सुख नहीं, किसे वर्त नराते श्राद्ध दी कृपा विच सुख नहीं, किसे तीरथ दी कृपा विच सुख नहीं, किसी मरी कबर की कृपा विच सुख नहीं। सुख रब जी तेरी कृपा दे अंदर ने, ते हकीकत है उहदी कृपा चार चुफेरे बरस रही है। ते रब की कृपा का मतलब रब की रहमत है, रब की कृपा का मतलब रब्बी हुक्म विच तुरना, तेरी रजा दे विच तुरना, तेरी कृपा दे पात्र बनना ही सारे सुखां दा साधन है। मैं तेरी कृपा का पात्र बना। ਹੁਣ ਦੇਖੋ ਰੱਬ ਦੀ ਕਿਰਪਾ ਚੁਫੇਰੀ ਬਰਸ ਰਹੀ ਹੈ, ਰੱਬ ਸੁੱਖਾਂ ਦਾ ਸਾਗਰ ਹੈ, ਪਰ ਸਾਨੂੰ ਸੁੱਖ ਉਹਨੇ ਮਿਲਣਗੇ ਜਿੰਨਾ ਸਾਡੇ ਕੋਲ ਬਰਤਨ ਹੈ। ਜਿਵੇਂ ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ, ਸਮੁੰਦਰ ਤੇ ਜਾਓ, ਪਾਣੀ ਦਾ ਕੋਈ ਅੰਤ ਨਹੀਂ, ਪਰ ਤੁਸੀਂ ਸਾਰਾ ਸਮੁੰਦਰ ਨਹੀਂ ਨਾ ਲਿਆ ਸਕਦੇ। ਕਿੰਨਾ ਲਿਆ ਸਕਦੇ ਹੋ? ਜਿੰਨਾ ਬਰਤਨ ਹੈ ਓਨਾ ਹੀ ਲਓਗੇ ਨਾ, बर्तन तो ज्यादा नहीं। इसे तरह इस दुनिया के अंदर अनंत सुख ने, जिन्ने सुख दे तुसी पात्र बन जाओगे उन्ना सुख पा सकते हो। रिक्वायरमेंट है ना, हर चीज की रिक्वायरमेंट है। जिस चीज की रिक्वायरमेंट पूरी करोगे वो शै पा लोगे। रब की कृपा च फिर वरस रही है। ਇੱਥੇ ਸੋਨੇ ਚਾਂਦੀ ਦੀਆਂ ਖਾਨਾਂ, ਅਬਰਕ ਦੀਆਂ ਖਾਨਾਂ, ਇੱਥੇ ਲਵਣੀਏ ਪਦਾਰਥ, ਛਾਰੀਏ ਪਦਾਰਥ, ਤੈਲੀਏ ਪਦਾਰਥ, ਪੈਟਰੋਲੀਅਮ ਪਦਾਰਥ, ਹਜ਼ਾਰਾਂ ਕਿਸਮ ਦਾ ਅੰਨ, ਹਜ਼ਾਰਾਂ ਕਿਸਮ ਦੇ ਫਲ, ਗਿਆਨ ਦਾ ਕੋਈ ਅੰਤ ਨਹੀਂ। ਜਿੰਨੀਆਂ ਮਰਜ਼ੀ ਖੋਜਾਂ ਕਰ ਲਓ, ਜਿੰਨੇ ਮਰਜ਼ੀ ਪਦਾਰਥ ਪਾ ਲਓ, ਲੇਕਿਨ ਮਿਲਣਗੇ ਤਾਂ ਉਹਨੇ ਜਿੰਨੀ ਰਿਕੁਆਇਰਮੈਂਟ ਪੂਰੀ ਕਰੋਗੇ। ਜੇ ਕਿਸੇ ਚੀਜ਼ ਦੀ ਰਿਕੁਆਇਰਮੈਂਟ ਹੀ ਪੂਰੀ ਨਹੀਂ ਕਰਦੇ, ਉਹਦੇ ਅਸੀਂ ਪਾਤਰ ਨਹੀਂ ਬਣਦੇ ਤਾਂ ਕਿਵੇਂ? ਜੇ ਹੁਣ ਕੋਈ ਬੰਦਾ ਇੰਜੀਨੀਅਰ बनना ਚਾਹੇ ਤਾਂ ਉਹ ਇੰਜੀਨੀਅਰ ਤਾਂ ਬਣੇਗਾ ਨਾ ਕਿ ਕੋਰਸ ਕਰੇਗਾ, ਪੜ੍ਹਾਈ ਕਰੇਗਾ। ਬਣ ਸਕਦਾ ਹੈ ਇੰਜੀਨੀਅਰ ਜਿੰਨਾ ਮਰਜ਼ੀ ਗਿਆਨ ਹਾਸਲ ਕਰ ਲਵੇ, ਕੋਈ ਉਹਦੇ ਵਾਸਤੇ ਬੈਨ ਨਹੀਂ ਹੈ, ਪਰ ਬਣੇਗਾ ਉਹ ਜਿਹੜਾ ਰਿਕੁਆਇਰਮੈਂਟ ਪੂਰੀ ਕਰੇਗਾ, ਪਾਤਰ ਜਿਹੜਾ ਬਣੇਗਾ। हे ਮਾਲਕ ਤੇਰੀ ਕਿਰਪਾ ਦੇ ਅੰਦਰ ਅਨੰਤ ਸੁੱਖ ਨੇ, ਪਰ ਮਿਲਣਗੇ ਉਹਨੇ ਜਿੰਨੇ ਦੇ ਅਸੀਂ ਪਾਤਰ ਹਾਂ। ਇਸ ਲਈ ਆਪਣੇ ਆਪ ਨੂੰ ਪਾਤਰ ਬਣਾਉਣਾ ਹੈ। ਰੱਬੀ ਰਜ਼ਾ ਦੇ ਵਿੱਚ ਤੁਰਨਾ, ਹੁਕਮ ਦੇ ਵਿੱਚ ਤੁਰਨਾ। ਜਿਹੜਾ ਪਾਤਰ ਬਣਾ ਲਵੇਗਾ ਉਹ ਉਸ ਸੁੱਖ ਨੂੰ ਮਾਣ ਲਵੇਗਾ। ਕੋਈ ਨਾ ਜਾਣੇ ਤੁਮਰਾ ਅੰਤ, हे ਮਾਲਕ ਕੋਈ ਵੀ ਤੇਰਾ ਅੰਤ ਨਹੀਂ ਜਾਣਦਾ। ਹੁਣ ਇਹ ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ, ਨਾ ਤਾਂ ਸ੍ਰਿਸ਼ਟੀ ਦਾ ਅੰਤ ਹੈ, ਯੂਨੀਵਰਸ ਦਾ ਕੋਈ ਅੰਤ ਨਹੀਂ, ਦਾਤਾਂ ਦਾ ਕੋਈ ਅੰਤ ਨਹੀਂ, ਗਿਆਨ ਦਾ ਕੋਈ ਅੰਤ ਨਹੀਂ, ਸੁੱਖਾਂ ਦਾ ਕੋਈ ਅੰਤ ਨਹੀਂ, ਕਿਸੇ ਵੀ ਸ਼ੈ ਦਾ ਕੋਈ ਵੀ ਅੰਤ ਨਹੀਂ। ਹਰ ਸ਼ੈ ਅਨੰਤ ਹੈ, ਉਹਦਾ ਅੰਤ ਜਾਣਿਆ ਨਹੀਂ ਜਾ ਸਕਦਾ। ਤੇ ਜਿਹੜਾ ਅਨੰਤ ਹੈ ਉਹ ਹੈ ਕਿੱਥੇ ਜੀ? ਸਾਡੇ ਅੰਦਰ, ਹਰ ਇੱਕ ਦੇ ਅੰਦਰ ਵਸਦਾ ਹੈ। ਹਰ ਇਨਸਾਨ ਉਸ ਰੱਬ ਦਾ ਰੂਪ ਹੈ, ਅਨੇਕ ਭਾਂਤ ਹੋਏ ਪਸਰਿਆ।
ਅਨੇਕਾਂ ਭਾਂਤੀਆਂ ਦੇ ਨਾਲ ਉਪਸਰਿਆ ਹੋਇਆ ਹੈ। ਅਸੀਂ ਸਾਰੇ ਉਹਦੀਆਂ ਲਹਿਰਾਂ, ਉਹਦੇ ਹੀ ਬੁਲਬੁਲੇ ਆ। ਉਹ ਹਰ ਇੱਕ ਦੇ ਅੰਦਰ ਹੈ। ਤਾਂ ਇਹਦਾ ਮਤਲਬ ਹਰ ਇਨਸਾਨ ਦੇ ਅੰਦਰ ਅਨੰਤ ਪੋਸੀਬਿਲਿਟੀਜ਼ ਨੇ, ਅਨੰਤ ਸੰਭਾਵਨਾਵਾਂ ਨੇ, ਬਹੁਤ ਵੱਡੀਆਂ ਵੱਡੀਆਂ ਸੰਭਾਵਨਾਵਾਂ ਨੇ। ਵੱਡੇ ਤੋਂ ਵੱਡਾ ਸੁੱਖ ਪਾ ਸਕਦੇ ਹੋ। हे ਮਾਲਕ, ਕੋਈ ਤੇਰਾ ਅੰਤ ਨਹੀਂ ਜਾਣਦਾ। ਉੱਚੇ ਤੇ ਉੱਚਾ ਭਗਵੰਤ ਰੱਬ ਉੱਚੇ ਤੋਂ ਉੱਚਾ ਹੈ। ਉਹਦੇ ਜਿੱਡਾ ਉੱਚਾ ਕੋਈ ਵੀ ਨਹੀਂ। ਕਿੰਨਾ ਉੱਚਾ ਹੈ, ਇਸ ਉਚਾਈ ਨੂੰ ਕੋਈ ਜਾਣ ਨਹੀਂ ਸਕਦਾ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕਿਹੜਾ ਵੱਡਾ ਹੈ ਉਹਨੂੰ ਕੋਈ ਜਾਣਦਾ ਨਹੀਂ, ਕਿਉਂਕਿ ਕਿਸੇ ਨੇ ਉਹਦਾ ਅੰਤ ਜਾਣਿਆ ਹੋਏ ਤੇ ਤਾਂ ਦੱਸੇ। ਉੱਚੇ ਤੋਂ ਉੱਚਾ ਹੈ। ਇਹਦਾ ਮਤਲਬ ਅਸੀਂ ਵੀ ਆਪਣੀ ਸੂਰਤ ਨੂੰ ਮਹਾਨ ਉੱਚੀ ਬਣਾ ਸਕਦੇ ਹਾਂ। ਇਹਦਾ ਮਤਲਬ ਹਰ ਇਨਸਾਨ ਉੱਚਾ ਔਰ ਮਹਾਨ ਹੋ ਸਕਦਾ ਹੈ। ਉਹਦੇ ਅੰਦਰ ਪੋਸੀਬਿਲਿਟੀਜ਼ ਨੇ। ਜੇ ਉਹ ਸੱਚ ਦਾ ਧਾਰਨੀ ਹੋਵੇ, ਦਇਆ ਦਾ ਧਾਰਨੀ ਹੋਵੇ, ਪ੍ਰੇਮ ਦਾ ਧਾਰਨੀ ਹੋਵੇ, ਤਾਂ ਇਨਸਾਨੀਅਤ ਦੇ ਅੰਦਰ ਵੱਡੀਆਂ ਮੱਲਾਂ ਮਾਰ ਸਕਦਾ ਹੈ। ਜੇ ਉਸਨੇ ਚਾਹੇ ਫਿਜ਼ਿਕਸ ਹੈ, ਕੈਮਿਸਟਰੀ ਹੈ, ਮੈਥ ਹੈ ਜਾਂ ਕੋਈ ਵੀ ਸਬਜੈਕਟ ਹੈ, ਉਹਦੇ ਅੰਦਰ ਉੱਚੀ ਤੋਂ ਉੱਚੀ ਉਹ ਰੁਤਬੇ ਹਾਸਲ ਕਰ ਸਕਦਾ ਹੈ। ਜਿੰਨਾ ਚਾਹੇ ਉਹਨਾਂ ਉਹ ਵਿਕਾਸ ਕਰ ਸਕਦਾ ਹੈ ਹਰ ਇਨਸਾਨ। ਲੇਕਿਨ ਹੋਏਗਾ ਉਹਨਾਂ ਉੱਚਾ ਜਿੰਨਾ ਉਹ ਯਤਨ ਕਰੇਗਾ। ਹਰ ਇੱਕ ਦੇ ਅੰਦਰ ਸੰਭਾਵਨਾ ਹੈ, ਅਨੰਤ ਹੈ ਉਹ। ਅਖੀਰ ਵਿੱਚ ਕਹਿੰਦੇ ਨੇ ਸਗਲ ਸਮਗਰੀ ਤੁਮਰੇ ਸੂਤਰਧਾਰੀ। ਸੂਤਰ ਦੇ ਤੱਤੇ ਨਾਲ ਸਿਹਾਰੀ ਹੈ। ਸੂਤਰ ਵਿੱਚ, ਧਾਗੇ ਵਿੱਚ ਸਾਰੀ ਸਮਗਰੀ ਤੇਰੇ ਧਾਗੇ ਦੇ ਵਿੱਚ ਪਰੁਚੀ ਹੋਈ ਹੈ। ਧਾਗੇ ਦਾ ਮਤਲਬ ਮਰਿਆਦਾ, ਹੁਕਮ। ਸਾਰੇ ਪਦਾਰਥ ਤੇਰੇ ਹੁਕਮ ਦੇ ਅੰਦਰ ਟਿਕੇ ਹੋਏ ਨੇ। ਹੁਕਮ ਦਾ ਮਤਲਬ ਸਿਸਟਮ। ਹਰ ਚੀਜ਼, ਚਾਹੇ ਧਰਤੀ ਹੈ, ਚੰਦਰਮਾ ਹੈ, ਸੂਰਜ ਹੈ, ਪੌਣ ਪਾਣੀ ਆਦਿਕ ਹੈ, ਇਹ ਸਭ ਕੁਝ ਹੁਕਮ ਦੇ ਸੂਤਰ ਦੇ ਅੰਦਰ ਵੱਜੇ ਹੋਏ ਨੇ, ਸਿਸਟਮ ਦੇ ਅੰਦਰ ਟਿਕੇ ਹੋਏ ਨੇ। ਸਿਸਟਮ ਦੇ ਅੰਦਰ ਹਰ ਚੀਜ਼ ਕਾਰਜਸ਼ੀਲ ਹੈ। ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਹੁਕਮ ਤੋਂ ਬਾਹਰ ਕੁਝ ਵੀ ਕੀਤਾ ਨਹੀਂ ਜਾ ਸਕਦਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਇਹ ਚੀਜ਼ ਅਸੀਂ ਰੋਜ਼ ਵਿਚਾਰ ਰਹੇ ਹਾਂ ਔਰ ਇਹ ਵਿਚਾਰਨ ਵਾਲੀ ਹੈ, ਅਮਲ ਕਰਨ ਵਾਲੀ ਹੈ ਕਿ ਹੁਕਮ ਤੋਂ ਬਾਹਰ, ਸਿਸਟਮ ਤੋਂ ਬਾਹਰ ਕੁਝ ਨਹੀਂ ਪਾਇਆ ਜਾ ਸਕਦਾ। ਲੇਕਿਨ ਹੁਕਮ ਦੇ ਅੰਦਰ ਚੱਲ ਕੇ ਬਹੁਤ ਕੁਝ ਪਾਇਆ ਜਾ ਸਕਦਾ ਹੈ। ਜਿੰਨਾ ਮਰਜੀ ਕੋਈ ਬੰਦਾ ਗਿਆਨ ਪਾ ਸਕਦਾ ਹੈ, ਸੁਖ ਪਾ ਸਕਦਾ ਹੈ, ਪਰ ਹੁਕਮ ਦੇ ਅੰਦਰ ਚੱਲ ਕੇ। ਤੁਮ ਤੇ ਹੋਏ ਸੋ ਆਗਿਆਕਾਰੀ। ਦੇਖੋ ਪਹਿਲੀ ਪੰਕਤੀ ਵਿੱਚ ਆ ਗਿਆ ਨਾ, ਸਗਲ ਸਮਗਰੀ ਤੁਮਰੇ ਸੂਤਰਧਾਰੀ। ਕਿ ਸਾਰੀ ਸਮਗਰੀ, ਸਾਰੇ ਪਦਾਰਥ, ਸਾਰਾ ਜਗਤ ਤੇਰੇ ਹੁਕਮ ਰੂਪ, ਤੇਰੀ ਆਗਿਆ ਦੇ ਧਾਗੇ ਦੇ ਅੰਦਰ ਬੱਝਾ ਹੋਇਆ ਹੈ, ਪਰੁਚਾ ਹੋਇਆ ਹੈ। ਤੁਮ ਤੇ ਹੋਏ ਸੋ ਆਗਿਆ, ਇਹਨੂੰ ਆਗਿਆਕਾਰੀ ਇਕੱਠਾ ਨਾ ਪੜਨਾ। ਤੁਮ ਤੇ ਹੋਏ ਸੋ ਆਗਿਆਕਾਰੀ। ਕਾਰੀ ਦਾ ਮਤਲਬ ਹੁੰਦਾ ਹੈ ਦਵਾਈ, ਲਾਭਕਾਰੀ, ਫਾਇਦੇ ਵਿੱਚ। हे ਮਾਲਕ, ਜਿਹੜੀ ਆਗਿਆ ਤੇਰੇ ਵੱਲੋਂ ਹੁੰਦੀ ਹੈ ਉਹ ਸਾਡੇ ਫਾਇਦੇ ਵਿੱਚ, ਉਹ ਲਾਭਦਾਇਕ। ਤੇਰੀ ਆਗਿਆ ਤੋਂ, ਤੇਰੇ ਹੁਕਮ ਤੋਂ ਬਾਹਰ ਤੁਰਨਾ ਸਾਡੇ ਲਾਭਦਾਇਕ ਨਹੀਂ ਹੈ, ਨੁਕਸਾਨਦਾਇਕ। ਤੁਮ ਤੇ ਹੋਏ ਸੋ ਆਗਿਆਕਾਰੀ। ਜਿਹੜੀ ਤੇਰੇ ਵੱਲੋਂ ਆਗਿਆ ਹੁੰਦੀ ਹੈ, ਜੋ ਤੇਰਾ ਹੁਕਮ ਹੈ, ਜੋ ਤੇਰਾ ਸਿਸਟਮ ਹੈ, ਉਹ ਸਾਡੇ ਵਾਸਤੇ ਲਾਭਦਾਇਕ ਹੈ। ਉਹ ਸਾਡੇ ਵਾਸਤੇ ਦਵਾਈ ਹੈ, ਦਵਾਈ ਦਾ ਕੰਮ ਕਰੇਗਾ, ਰੋਗਾਂ ਨੂੰ ਦੂਰ ਕਰੇਗਾ। ਹੁਣ ਦੇਖ ਲਓ, ਇਹ ਤਾਂ ਸਿੰਪਲ ਗੱਲ ਹੈ। ਜਿੰਨੇ ਵੀ ਟ੍ਰੈਫਿਕ ਦੇ ਸਾਧਨ ਨੇ ਉਹ ਬੰਦੇ ਨੇ ਆਪ ਬਣਾਏ ਨਾ। ਕਾਰਾਂ ਨੇ, ਜਹਾਜ਼ ਨੇ, ਮੋਟਰਸਾਈਕਲ, ਸਕੂਟਰ, ਜੋ ਕੁਝ ਵੀ, ਬੱਸਾਂ, ਟਰੱਕ ਨੇ, ਤੇ ਬੰਦੇ ਨੇ ਸਿਸਟਮ ਵੀ ਆਪ ਬਣਾਇਆ ਹੈ, ਰੂਲ ਵੀ ਬਣਾਏ ਨੇ। ਤੇ ਉਹ ਜਿਹੜੇ ਰੂਲਸ ਬਣਾਏ ਨੇ, ਟ੍ਰੈਫਿਕ ਦੇ ਨੇਮ ਨੇ, ਉਹ ਸਾਡੇ ਵਾਸਤੇ ਲਾਭਦਾਇਕ ਨੇ ਨਾ। ਜੇ ਉਹਨਾਂ ਨੇਮਾਂ ਅਨੁਸਾਰ ਚੱਲੀਏ ਤਾਂ ਲਾਭਦਾਇਕ ਨੇ ਨਾ। ਲਾਲ ਬੱਤੀ ਹੈ ਤਾਂ ਖਲੋ ਜਾਣਾ ਸਾਡੇ ਵਾਸਤੇ ਲਾਭਦਾਇਕ ਹੈ, ਪਰ ਲਾਲ ਬੱਤੀ ਤੋਂ ਪਾਰ ਕਰਨਾ ਸਾਡੇ ਵਾਸਤੇ ਨੁਕਸਾਨਦਾਇਕ। ਇਸ ਲਈ ਮਾਲਕ ਜੀ, ਤੁਮ ਤੇ ਹੋਏ ਸੋ ਆਗਿਆਕਾਰੀ।
जो हुक्म तेरा है वो साडे वास्ते लाभदायक है, वो साडे वास्ते दवाई का काम करेगा। तुमरी गत में तुम ही जानी, तेरी पहुंच का अंदाजा तू आप ही लाना है। तू केडा वड्डा है तू आप ही जानदा है। तेरा विस्तार, मित का मतलब तेरा विस्तार, गत का मतलब तेरी उच्ची अवस्था। तू केडा वड्डा है, केडा वड्डा ये संसार है, ਇਹਨੂੰ ਤੂੰ ਹੀ ਜਾਣ ਸਕਦਾ ਹੈ। ਕੋਈ ਬੰਦਾ ਨਹੀਂ ਜਾਣ ਸਕਦਾ ਕਿ ਇਹ ਸੰਸਾਰ ਕਿੱਡਾ ਵੱਡਾ ਹੈ, ਇਹਦਾ ਅੰਤ ਨਹੀਂ ਜਾਣਿਆ ਜਾ ਸਕਦਾ। ਔਰ ਯੂਨੀਵਰਸਲ ਟਰੂਥ ਹੈ, ਹਕੀਕਤ ਹੈ ਕਿ ਇਸ ਸੰਸਾਰ ਦੇ ਅੰਤ ਨੂੰ ਕਿਸੇ ਪਾਸਿਓਂ ਵੀ ਜਾਣਿਆ ਨਹੀਂ ਜਾ ਸਕਦਾ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੇਰੇ ਸੇਵਕ तेरे तो सदा कुर्बान होंदे ने, नानक दास सदा कुर्बानी। जेड़े तेरे दास ने तेरे तो हमेशा कुर्बान ने। कुर्बान का मतलब बलिहार का मतलब अपनी ताकत नूं हार जाना। बल हार, बल का मतलब ताकत, हार का मतलब हार जाना, सरेंडर हो जाना। कुर्बानी का मतलब सरेंडर हो जाना, अपना आपा वार देना, अपनी मत छड़ देनी, गुरु प्रभु की मत नूं अपना लेना। ਜਿਹੜੇ तेरे दास ने वो तेरे तो कुर्बान होंदे ने, तेरी आग्या तो कुर्बान होंदे ने, तेरे हुक्म तो कुर्बान होंदे ने, वो तेरे गुणा तो कुर्बान होंदे ने, वो अपना आपा तेरे अगे वार दिंदे ने। ते ਜਿਹੜੇ तेरे अगे अपना आपा वार दिंदे ने, कुर्बान हो जांदे ने, ਉਹੀ सुख और शांति पांदे ने। क्योंकि सुखमनी सुख अमृत प्रभ नाम, भगत जना कै मन विश्राम। जेड़ा रब दा नाम दा मतलब जो रब दा हुक्म है वो सारे सुखां दी मणि है, सारे सुखां दा मूल है। जो उस हुक्म रजा मुताबिक जिंदगी जींदा है वो बंदा सुखी और शांत रहिंदा है। और वो बंदा ही रब दा भगत, रब दा प्यारा, अखवाण दा हकदार है। ते जेड़े रब दे प्यारे ने ਉਹਨਾਂ ਦੇ ਮਨ ਦੇ ਅੰਦਰ ਰੱਬ ਦਾ ਹੁਕਮ ਵਸਦਾ ਹੈ, ਭਾਵ ਕਿ ਉਹ ਰੱਬੀ ਹੁਕਮ ਦੀ ਪਾਲਣਾ ਕਰਦੇ ਨੇ।